ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। ਜਿਸ ਤਰ੍ਹਾਂ ਪਿੰਡ ਨੂੰ ਸਿੱਖਿਆ ਗ੍ਰਹਿਣ ਕਰਨ ਲਈ ਸਕੂਲ, ਸਿਹਤ ਲਈ ਹਸਪਤਾਲ ਅਤੇ ਪਸ਼ੂ ਧਨ ਦੀ ਸਿਹਤ ਲਈ ਪਸ਼ੂ ਡਿਸਪੈਂਸਰੀਆਂ ਜਾਂ ਪਸ਼ੂ ਹਸਪਤਾਲਾਂ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹੀ ਪਿੰਡ ਜੋ ਕੁਝ ਉਪਜਾਉਂਦਾ ਹੈ, ਜੋ ਪੈਦਾ ਕਰਦਾ ਹੈ, ਜੋ ਖੇਤੀ ਦੀ ਪੈਦਾਵਾਰ ਹੁੰਦੀ ਹੈ, ਉਹਦੇ ਲਈ ਮੰਡੀਆਂ ਵੀ ਉਸੇ ਤਰ੍ਹਾਂ ਜ਼ਰੂਰੀ ਹਨ। ਅੱਜ ਕਿਸਾਨ, ਮੁਲਕ ਭਰ ਦਾ ਕਿਸਾਨ ਮੰਡੀ ਨੂੰ ਬਚਾਉਣ ਲਈ, ਆਪਣੀ ਫਸਲ ਜਿੱਥੇ ਉਹਨੇ ਵੇਚਣੀ ਹੁੰਦੀ ਹੈ ਉਸ ਮੰਡੀ ਨੂੰ ਬਚਾਉਣ ਲਈ ਉਹ ਸੰਘਰਸ਼ ਕਰ ਰਿਹਾ ਹੈ, ਸੜਕਾਂ ਤੇ ਉਤਰਿਆ ਹੋਇਆ ਹੈ। ਅਤੇ ਭਲੇ ਵੇਲਿਆਂ ਵਿੱਚ ਸਰਦਾਰ ਭਗਤ ਸਿੰਘ ਦੇ ਜ਼ਮਾਨੇ ਵਿੱਚ ਜਦੋਂ ਕਿਸਾਨ ਸੱਤਿਆਗ੍ਰਹਿ ਬਰਨੌਲੀ ਸ਼ੁਰੂ ਹੋਇਆ ਸੀ ਤਾਂ ਉਦੋਂ ਭਗਤ ਸਿੰਘ ਹੋਰਾਂ ਨੇ ਉਸ ਵੇਲੇ ਨੌਜਵਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਸੰਘਰਸ਼ ਵਿੱਚ ਕਿਸਾਨੀ ਦੇ ਮੋਢੇ ਨਾਲ ਮੋਢਾ ਲਾ ਕੇ ਖੜਨ ਅਤੇ ਪੂਰਾ ਕਾਰਜ ਮੁਕੰਮਲ ਕਰਨ ਲਈ ਇਹ ਸਹਾਇਤਾ ਕਰਨ, ਅਤੇ ਨੌਜਵਾਨ ਵਰਗ ਉਸ ਸੰਘਰਸ਼ ਵਿੱਚ ਸ਼ਾਮਲ ਹੋਇਆ ਸੀ। ਅੱਜ ਵੀ ਕਿਸਾਨੀ ਕਿਉਂਕਿ ਚੌਕ ਚੁਰਾਹੇ ਤੇ ਹੈ, ਸੜਕਾਂ ਤੇ ਹੈ, ਤੇ ਇਸ ਸੰਬੰਧੀ ਭਗਤ ਸਿੰਘ ਦੀ ਉਸ ਸੋਚ ਨੂੰ ਅੱਜ ਦੇ ਦੌਰ ਵਿੱਚ ਹੋਰ ਸਾਰਥਕ ਕਰਨ ਲਈ ਅਸੀਂ ਗੱਲਬਾਤ ਕਰਦੇ ਹਾਂ ਪ੍ਰੋਫੈਸਰ ਜਗਮੋਹਨ ਸਿੰਘ ਹੋਰਾਂ ਨਾਲ। ਜਗਮੋਹਨ ਸਿੰਘ ਜੀ ਜੋ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਭਾਣਜਾ ਹਨ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ, ਤੁਹਾਨੂੰ ਵੀ ਔਰ ਸਤਿ ਸ੍ਰੀ ਅਕਾਲ, ਆਦਾਬ, ਜੀ ਨਮਸਕਾਰ। ਪ੍ਰੋਫੈਸਰ ਸਾਹਿਬ, ਅਸੀਂ ਉਹ ਗੱਲ ਜਿਸ ਤਰ੍ਹਾਂ ਭਗਤ ਸਿੰਘ ਹੋਰਾਂ ਦੇ ਵੇਲੇ ਹੀ ਕਿਸਾਨ ਸੱਤਿਆਗ੍ਰਹਿ ਸ਼ੁਰੂ ਹੋ ਗਿਆ ਸੀ ਤੇ ਉਦੋਂ ਸ਼ਹੀਦੇ ਆਜ਼ਮ ਨੇ ਨੌਜਵਾਨਾਂ ਨੂੰ ਲਲਕਾਰਿਆ ਸੀ ਕਿ ਉਹ ਇਸ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾਉਣ, ਬਣਦੀ ਭੂਮਿਕਾ ਨਿਭਾਉਣ। ਅਤੇ ਅੱਜ ਵੀ ਕਿਸਾਨ ਕਿਉਂਕਿ ਸੜਕਾਂ ਤੇ ਹਨ, ਮਜ਼ਦੂਰ ਸੜਕਾਂ ਤੇ ਹਨ, ਪਿੰਡ ਦੇ ਛੋਟੇ ਸ਼ਹਿਰ ਦੇ ਕਿਰਤੀ ਸੜਕਾਂ ਤੇ ਹਨ ਅਤੇ ਨੌਜਵਾਨ ਵਰਗ ਇਹਦੇ ਵਿੱਚ ਸ਼ਾਮਲ ਹੋ ਰਿਹਾ ਹੈ। ਕੀ ਤੁਸੀਂ ਸਮਝਦੇ ਹੋ ਕਿ ਭਗਤ ਸਿੰਘ ਦੀ ਵਿਚਾਰਧਾਰਾ ਹੀ ਕਿਧਰੇ ਅੱਗੇ ਤੁਰ ਰਹੀ ਹੈ? ਇਹ ਤੇ ਬਿਲਕੁਲ ਠੀਕ ਹੈ ਕਿ ਭਗਤ ਸਿੰਘ ਹੋਣਾ ਨੇ ਉਸ ਵੇਲੇ ਔਰ ਉਸ ਤੋਂ ਪਹਿਲਾਂ ਉਹਨਾਂ ਦੇ ਚਾਚਾ ਜੀ ਨੇ ਸਾਜੀਤ ਸਿੰਘ ਨੇ ਇਸੇ ਤਰ੍ਹਾਂ ਦੇ 3 ਬਿੱਲਾਂ ਦੇ ਖਿਲਾਫ ਪਗੜੀ ਸੰਭਾਲ ਜੱਟਾ ਲਹਿਰ ਚਲਾਈ ਸੀ। ਔਰ ਭਗਤ ਸਿੰਘ ਹੋਣਾ ਨੇ ਕਿਹਾ ਸੀ ਕਿ ਅਸਲ ਵਿੱਚ ਨੌਜਵਾਨਾਂ ਦਾ ਕੰਮ ਹੈ ਕਿ ਉਹ ਝੁੱਗੀਆਂ ਵਿੱਚ, ਖੇਤਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਣ ਕਿ ਇਹ ਸਾਰੀ ਨੀਤੀ ਕੀ ਹੈ। ਅੱਜ ਵੀ ਜਿਹੜੀ ਲੋੜ ਹੈ ਉਹ ਸਾਨੂੰ ਉਸ ਸਮਝਦਾਰੀ ਨੂੰ ਮਤਲਬ ਲੋਕਾਂ ਤੱਕ ਲਿਜਾਣ ਦੀ ਹੈ। ਜਿਵੇਂ ਤੁਸੀਂ ਇਹ ਕਿਹਾ ਕਿ ਜਿਹੜੇ ਇਹ ਆਰਡੀਨੈਂਸ ਸਿਰਫ ਕਿਸਾਨੀ ਦੇ ਹੀ ਨਹੀਂ ਹੈਗੇ, ਉਹਨੂੰ ਤਲਕਾ ਕੇ ਇੱਕ ਇਹੋ ਜਿਹੀ ਜਗ੍ਹਾ ਲਿਆ ਰਹੇ ਨੇ ਜਿੱਥੇ ਉਹ ਕਿਸਾਨਾਂ ਨੂੰ ਧੋਖਾ ਦੇ ਸਕਦੇ ਨੇ ਕਿ ਮਿਨੀਮਮ ਪ੍ਰਾਈਸ ਦਾ ਸਵਾਲ ਨਹੀਂ ਹੈ। ਸਵਾਲ ਇਹ ਹੈ ਕਿ ਅੱਜ ਉਹ ਕਾਰਪੋਰੇਟ ਨੂੰ ਖੁੱਲੀ ਛੁੱਟੀ ਦੇ ਰਹੇ ਨੇ ਕਿ ਉਹ ਜਿੱਥੋਂ ਮਰਜ਼ੀ ਲੈ ਜਾਏ, ਕਿਉਂਕਿ ਉਹਦੇ ਨਾਲ ਉਹ ਆਪਣਾ ਟੈਕਸ ਵੀ ਨਹੀਂ ਦੇਗਾ। ਉਹ ਜਿਹੜਾ ਉਹਨੇ ਔਰ ਉਹ ਰੈਵਨਿਊ ਜਿਹੜਾ ਮੰਡੀਆਂ ਨੂੰ ਬਚਾਉਣ ਦਾ ਮਤਲਬ ਇਹ ਹੈ ਕਿ ਪਿੰਡਾਂ ਦੀ ਜਿਹੜੀ ਮਾੜੀ ਮੋਟੀ ਹਾਲਤ ਹੈ ਸੜਕਾਂ ਦੀ, ਮਤਲਬ ਉਹਨਾਂ ਨੂੰ ਸਹੂਲਤਾਂ ਦੀ, ਉਹ ਮੰਡੀ ਬੋਰਡ ਦੇ ਖਰਚੇ ਚੋਂ ਨਿਕਲਦੀ ਸੀ। ਤੇ ਸਰਕਾਰ, ਸੈਂਟਰਲ ਗਵਰਨਮੈਂਟ ਜਿਹੜੀ ਹੈ ਉਹ ਬਿਲਕੁਲ ਉਹੋ ਹੀ ਨੀਤੀ ਅਪਣਾ ਰਹੀ ਹੈ ਜਿਹੜੀ ਅੰਗਰੇਜ਼ ਸਾਡੀਆਂ ਦੇਸੀ ਜਿਹੜੀਆਂ ਰਾਜ ਸੀਗੇ ਉਹਨਾਂ ਪ੍ਰਤੀ ਅਪਣਾਉਂਦੇ ਸੀ ਕਿ ਉਹ ਕੋਈ ਵੀ ਲੋਕਾਂ ਨੂੰ ਸਹੂਲਤ ਨਾ ਦੇ ਸਕਣ ਔਰ ਉਹ ਸਾਰੀ ਨਿਰਭਰਤਾ ਜਿਹੜੀ ਆ ਉਹ ਕੇਂਦਰ ਦੇ ਉੱਤੇ ਹੋਵੇ ਔਰ ਉਹ ਸੂਬਿਆਂ ਨੂੰ ਵੀ ਉਹਦੇ 'ਚ ਮੁਕਤੇ ਕਰ ਰਹੇ ਨੇ। ਜੇ ਇੱਕ ਗੱਲ ਆਪਾਂ ਪੁਰਾਣੀ ਯਾਦ ਰੱਖੀਏ ਕਿ ਸ਼ਹਿਰਾਂ ਨੂੰ ਜਦੋਂ ਮਤਲਬ ਚੁੰਗੀ ਤੋਂ ਮੁਕਤ ਕੀਤਾ ਸੀ ਤੇ ਜਿਹੜੇ ਮਤਲਬ ਵਪਾਰੀ ਸੀ ਉਹਨਾਂ ਨੂੰ ਇਨਕਮ ਟੈਕਸ ਚੋਰੀ ਕਰਨ ਵਾਸਤੇ ਵੀ ਮੁਕਤ ਕੀਤਾ ਸੀ। ਅੱਜ ਵੀ ਇਹੀ ਹੈ ਕਿ ਇੱਕ ਬੰਨੇ ਤੁਸੀਂ ਮਤਲਬ ਅਡਾਨੀ ਨੂੰ 700 ਕਰੋੜ ਰੁਪਈਆ ਦੇ ਕੇ ਮਤਲਬ ਸਰਕਾਰ ਉਹਦੇ ਕੋਲੋਂ ਉਹਦਾ ਆਪਣਾ ਇੰਤਜ਼ਾਮ ਕਰਵਾ ਰਹੀ ਹੈ ਕਿ ਜਿੱਥੇ ਉਹ ਮਕੈਨੀਕਲ ਹੈਂਡਲਿੰਗ ਕਰੇਗਾ, ਉਹਨੂੰ ਆਪਣੀ ਰੇਲ ਚਲਾਉਣ ਦਾ ਹੁਕਮ ਦਿੱਤਾ ਜਾ ਰਿਹਾ। ਇਹ ਅੱਗੇ ਮੰਡੀ ਵਿੱਚੋਂ ਜੇ ਕੋਈ ਵੀ ਮੰਡੀ ਚੋਂ ਪ੍ਰਾਈਵੇਟ ਖਰੀਦ ਜਿਹੜੀ ਸੀ ਉੱਤੇ ਕੋਈ ਰੋਕ ਨਹੀਂ ਸੀ, 2005 ਤੋਂ ਖਤਮ ਹੋ ਗਈ ਸੀ। ਪਰ ਉੱਥੇ ਜਿਹੜਾ ਉਹਨਾਂ ਨੂੰ ਨੁਕਸਾਨ ਸੀ ਕਿ ਉਹ ਹਰ ਥਾਂ ਲਿਖਿਆ ਜਾਂਦਾ ਸੀ ਕਿ ਕਿਹੜਾ ਬੰਦਾ ਕਿੰਨੀ ਖਰੀਦ ਕੇ ਲੈ ਕੇ ਗਿਆ ਔਰ ਇਹਦਾ ਮਤਲਬ ਹੈ ਕਿ ਕੱਲ ਨੂੰ ਉਹ ਤੋਂ ਪੁੱਛਿਆ ਜਾ ਸਕਦਾ ਸੀ ਕਿ ਤੂੰ ਇਹ ਖਰੀਦ ਕੇ ਜਿਹੜਾ ਇਹ ਤੋਂ ਫਾਇਦਾ ਉਠਾਇਆ ਉਹ 'ਚ ਟੈਕਸ ਦੇ। ਤੋ ਲੋਕਾਂ ਦੀ ਕਿੱਟੀ 'ਚ ਉਹ ਵੀ ਗਿਆ। ਮਤਲਬ ਜਿਹੜਾ ਮੰਡੀ ਨੂੰ ਚਲਾਉਣ ਵਾਸਤੇ ਮਤਲਬ ਉਹ ਸਟੇਟ ਨੂੰ ਮਤਲਬ ਕਿਉਂਕਿ ਅਸੀਂ ਪੈਦਾਵਾਰ ਕਰ ਰਹੇ ਹਾਂ, ਇਹ ਸਿਰਫ ਪੈਦਾਵਾਰ ਕਿਸਾਨ ਦੀ ਪੈਦਾਵਾਰ ਹੀ ਨਹੀਂ। ਔਰ ਤੀਸਰੀ ਜਿਹੜੀ ਗੱਲ ਹੈ ਜਿਹੜੀ ਅੱਜ ਬਹੁਤ ਜ਼ਰੂਰੀ ਸਮਝਣ ਵਾਲੀ ਹੈ ਉਹ ਇਹ ਹੈਗੀ ਹੈ ਕਿ ਅਸਲ ਵਿੱਚ ਸਾਰੇ ਹੀ ਖਰੀਦ ਕੇ ਖਾਣ ਵਾਲੇ ਜਿਹੜੇ ਲੋਕ ਨੇ, ਮਿਡਲ ਕਲਾਸ ਵੀ, ਮਜ਼ਦੂਰ ਕਲਾਸ ਵੀ, ਜਿਨ੍ਹਾਂ ਨੇ ਅਨਾਜ ਖਰੀਦ ਕੇ ਖਾਣਾ ਹੈ,
ਉਹਨਾਂ ਸਾਰਿਆਂ ਦੇ ਪੇਟ ਨੂੰ ਦੇ ਉੱਤੇ ਅੱਜ ਅਡਾਨੀ ਦਾ ਰਾਜ ਹੋਏਗਾ। ਔਰ ਇਹ ਕੋਈ ਨਵੀਂ ਗੱਲ ਨਹੀਂ ਜੀ ਹੈ। ਅੰਗਰੇਜ਼ ਰਾਜ ਵੇਲੇ ਵੀ ਇਹੀ ਜਿਹੜੇ ਨੇ ਸਾਡੀ ਐਕਚੁਅਲੀ ਪੂੰਜੀਪਤੀ ਦੀ ਇੱਕ ਮਾਨਸਿਕਤਾ ਹੈ। ਮੈਂ ਪਿਲਾਨੀ ਗਿਆ ਹੂੰ ਤੇ ਕਹਿੰਦੇ ਜੀ ਇੱਥੋਂ 20 ਬੰਦੇ ਜਿਹੜੇ ਨੇ ਉਹ ਮਲਟੀ ਮਿਲੀਅਨਰ ਨੇ, ਬਿਰਲਾ ਕੱਲਾ ਨਹੀਂ ਹੈ। ਮੈਂ ਕਿਹਾ ਯਾਰ ਰਾਜਸਥਾਨ ਚੋਂ ਓਹੋ ਕੀ ਬਣਾਇਆ ਉਹਨਾਂ ਨੇ? ਕਹਿੰਦੇ ਜੀ ਜਦੋਂ ਅਕਾਲ ਹੂੰ ਪੈਂਦੇ ਸੀ ਉਦੋਂ ਦਾਣਿਆਂ ਦੀ ਹੂੰ ਮਤਲਬ ਜਿਹੜੀ ਮਤਲਬ ਵਪਾਰ ਸੀ ਉਹ ਬੜਾ ਫਾਇਦੇਮੰਦ ਸੀ। ਤੋ ਅੱਜ ਵੀ ਲੋਕਾਂ ਨੂੰ ਅੱਛਾ ਮਜਬੂਰੀ 'ਚ ਧੱਕ ਕੇ ਇੱਕ ਬੰਨੇ ਤੁਸੀਂ ਦੇਖਿਆ ਕਿ ਹੂੰ ਮਜ਼ਦੂਰਾਂ ਦੇ ਵੀ ਸਾਰੇ ਹੱਕ ਕੱਟਤੇ ਤਾਂ ਕਿ ਮਜ਼ਦੂਰ ਜੀ ਹੋਰ ਪਹਿਲਾਂ ਤੇ ਮਤਲਬ ਜਦੋਂ ਹਵਾਈ ਜਹਾਜ਼ ਤੇ ਚੜ੍ਹ ਕੇ ਕਰੋਨਾ ਆ ਰਿਹਾ ਸੀ ਉਹਨੂੰ ਉੱਥੇ ਤੇ ਫੜਿਆ ਨਹੀਂ, ਹੂੰ ਲੇਕਿਨ ਸਜ਼ਾ ਦੇ ਦਿੱਤੀ ਲੋਕਾਂ ਬਿਲਕੁਲ ਨੂੰ। ਤੇ ਆਮ ਉਹ ਲੋਕਾਂ ਜਿਹੜੀ ਨੂੰ ਬਿਲਕੁਲ ਹੀ ਜਿਹੜੇ ਆਮ ਲੋਕਾਂ ਮਜ਼ਦੂਰ ਨੂੰ ਵਰਗ ਸੀ। ਉਹਨਾਂ ਦੀ ਬਚਤ ਖਤਮ ਕਰਤੀ। ਉਹ ਮਜਬੂਰੀ 'ਚ ਫਿਰ ਹੂੰ ਨਿਕਲੇ। ਹੁਣ ਉਹਦੇ ਤੋਂ ਬਾਅਦ ਫਿਰ ਮਤਲਬ ਉਹਨਾਂ ਦੇ ਸਾਰੇ ਹੱਕ ਖੋਹ ਲਏ ਕਿ ਉਹ ਇਕੱਠੇ ਹੋ ਕੇ ਆਪਣੀ ਮਤਲਬ ਜਿਹੜੀ ਹੈ ਉਜਰਤ ਵਾਸਤੇ ਵੀ, ਆਪਣੀ ਤਨਖਾਹ ਵਾਸਤੇ ਵੀ ਗੱਲ ਨਹੀਂ ਕਰ ਸਕਦੇ। ਤੋ ਇਸ ਕਰਕੇ ਜੀ ਇਹਦੇ ਮਗਰ ਇੱਕ ਬਹੁਤ ਵੱਡੀ ਚਾਲ ਹੈ। ਔਰ ਮੈਂ ਸਮਝਦਾ ਕਿ ਅੱਜ ਕਿਸਾਨ ਉਹਦੀ ਇੱਕ ਅਗਵਾ ਵੈਨਗਾਰਡ ਲੜਾਈ ਲੜ ਰਹੇ ਹੂੰ ਨੇ। ਔਰ ਜਿਹਦੇ ਵਿੱਚ ਤੁਸੀਂ ਜੀ ਬਿਲਕੁਲ ਜੀ ਠੀਕ ਕਿਹਾ ਕਿ ਅੱਜ ਨੌਜਵਾਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੇ ਮਹੱਲਿਆਂ ਵਿੱਚ ਮਤਲਬ ਪਿੰਡਾਂ ਵਿੱਚ, ਇਸੇ ਕਰਕੇ ਅਸੀਂ ਇਹ ਕਾਲ ਦਿੱਤੀ ਹੈ ਕਿ ਪਿੰਡਾਂ ਵਿੱਚ ਸਾਰੇ ਜਿਹੜੇ ਹੈ ਉਹ ਗ੍ਰਾਮ ਸਭਾ, ਕਿਉਂਕਿ ਉਹ ਸਾਂਝਾ ਮਤਲਬ ਹੈ ਔਰ ਇਸ ਹੂੰ ਮਸਲੇ ਉੱਤੇ ਜੀ ਜੀ ਉਹ ਸਾਂਝੇ ਤੌਰ ਉੱਤੇ ਆਪਣੀ ਆਵਾਜ਼ ਉਠਾਉਣ। ਤੋਂ ਭਗਤ ਸਿੰਘ ਦਾ ਵੀ ਇਹੀ ਸੀ। ਉਹਨਾਂ ਨੇ ਜਦੋਂ ਵਿਦਿਆਰਥੀਆਂ ਨੂੰ ਕਿਹਾ ਸੀ ਕਿ ਤੁਸੀਂ ਅੱਜ ਮਤਲਬ ਐਵੇਂ ਬੰਬਾਂ ਪਿਸਤੌਲਾਂ ਮਗਰ ਨਾ ਦੌੜੋ, ਤੁਹਾਨੂੰ ਅੱਜ ਲੋੜ ਹੈ ਕਿ ਹੂੰ ਤੁਸੀਂ ਝੁੱਗੀਆਂ ਵਿੱਚ, ਖੇਤਾਂ ਵਿੱਚ ਜਾ ਕੇ ਲੋਕਾਂ ਨੂੰ ਆਉਣ ਵਾਲੀ ਜਿਹੜੀ ਲੜਾਈ ਹੈ ਉਹਦੇ ਬਾਰੇ ਚ ਚੇਤਨ ਕਰੋ। ਤੋ ਉਹ ਚੇਤਨਤਾ ਦਾ ਜਿਹੜੀ ਜੀ ਮਿਸਾਲ ਹੈ ਉਹ ਹਮੇਸ਼ਾ ਸਾਡਾ ਨੌਜਵਾਨ ਲਿਜਾਂਦਾ ਰਿਹਾ ਹੈ। ਔਰ ਅੱਜ ਮੈਂ ਸਮਝਦਾ ਕਿ ਭਗਤ ਸਿੰਘ ਦੀ ਇਸ ਕਾਲ ਨੂੰ, ਔਰ ਇੱਕ ਬਹੁਤ ਵਧੀਆ ਗੱਲ ਜਿਹੜੀ ਹੈ ਪੰਜਾਬ ਵਿੱਚ ਤੇ ਖਾਸ ਤੌਰ ਤੇ ਕਿ ਸਾਡੀਆਂ ਭੈਣਾਂ ਮਾਵਾਂ ਜਿਹੜੀਆਂ ਨੇ ਉਹ ਅੱਗੇ ਹੋ ਕੇ ਲੜਾਈ ਲੜ ਰਹੀਆਂ ਨੇ, ਇਕੱਲੇ ਬੱਚੇ ਹੀ ਨਹੀਂ ਲੜ ਰਹੇ। ਤੋ ਇਹ ਹਾਂਜੀ ਜਿਹੜਾ ਬਿਲਕੁਲ ਯੂਨੀਕ ਹੈ, ਇਹ ਯੂਨੀਕ ਹੈ। ਇਹੀ ਭਗਤ ਸਿੰਘ ਹੋਣਾ ਦਾ ਸੀ ਵੀ ਜਿੰਨਾ ਚਿਰ ਤੱਕ ਮਤਲਬ ਨੌਜਵਾਨ ਲੜਕੇ ਲੜਕੀਆਂ ਦੋਨੋਂ ਹਿੱਸੇਦਾਰ ਨਹੀਂ ਹੂੰ ਬਣਦੇ ਉਹਨਾਂ ਚਿਰ ਤੱਕ ਸਮਾਜ ਅੱਗੇ ਨਹੀਂ ਵੱਧ ਸਕਦਾ। ਜੀ ਭਗਤ ਸਿੰਘ ਹੋਰਾਂ ਦਾ ਜੋ ਆਦਰਸ਼ ਸਨ ਉਹ ਸਰਦਾਰ ਕਰਤਾਰ ਸਿੰਘ ਸਰਾਭਾ ਸਨ, ਜੋ ਬਹੁਤ ਛੋਟੀ ਉਮਰੇ ਹਾਕਮਾਂ ਨੇ ਜਿਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਸੀ। ਅਤੇ ਭਗਤ ਸਿੰਘ ਹੋਰਾਂ ਨੂੰ ਇਹ ਛੇਤੀ ਹੀ ਸਮਝ ਆ ਗਿਆ ਸੀ ਕਿ ਕਰਤਾਰ ਸਿੰਘ ਸਰਾਭਾ ਸਿਆਸੀ ਤੌਰ ਤੇ, ਆਰਥਿਕ ਤੌਰ ਤੇ ਬਹੁਤ ਚੇਤੰਨ ਸਨ ਤੇ ਉਹਨਾਂ ਨੂੰ ਸੂਝ-ਬੂਝ ਬਹੁਤ ਜ਼ਿਆਦਾ ਸੀ। ਤੇ ਉਹਨਾਂ ਦਾ ਇਹ ਆਦਰਸ਼ ਸੀ ਕਿ ਉਹ ਵੀ ਕਰਤਾਰ ਸਿੰਘ ਸਰਾਭਾ ਹੋਰਾਂ ਵਾਂਗ ਜਾਣੂ ਹੋਣ ਹਰ ਤੱਥ ਤੋਂ। ਤੇ ਇਸੇ ਕਰਕੇ ਉਹਨਾਂ ਨੇ ਇਹ ਕੀਤਾ ਕਿ ਹਰ ਕੋਈ ਬੰਦਾ, ਹਰ ਕੋਈ ਨੌਜਵਾਨ, ਖਾਸ ਕਰਕੇ ਨੌਜਵਾਨ ਵਰਗ ਬਹੁਤ ਕਿਤਾਬਾਂ ਪੜ੍ਹੇ। ਕੌਮੀ ਕੌਮਾਂਤਰੀ ਪੱਧਰ ਤੇ ਜਿਸ ਤਰ੍ਹਾਂ ਦੀ ਸਿਆਸਤ ਹੁੰਦੀ ਹੈ, ਜਿਸ ਤਰ੍ਹਾਂ ਦੇ ਆਰਥਿਕ ਹਾਲਾਤ ਬਣਾਏ ਜਾਂਦੇ ਹਨ ਜਾਂ ਸਥਿਤੀਆਂ ਪੈਦਾ ਕੀਤੀਆਂ ਜਾਂਦੀਆਂ ਹਨ, ਉਹਨਾਂ ਤੋਂ ਜਾਣੂ ਹੋਵੇ, ਸੁਚੇਤ ਹੋਵੇ ਅਤੇ ਜਿਹੜੀ ਆਪਣੀ ਬਣਦੀ ਲੜਾਈ ਹੈ ਉਹ ਲੜੇ। ਇਸ ਵੇਲੇ ਨੌਜਵਾਨ ਜੋ ਵਰਗ ਹੈ ਉਹ ਕਿਸਾਨੀ ਦੇ ਸੰਘਰਸ਼ ਵਿੱਚ ਤਾਂ ਕੁੱਦ ਪਿਆ ਹੈ, ਪਰ ਉਹ ਪੜ੍ਹਨ ਤੋਂ ਹਲੇ ਵੀ ਉਸ ਜੋ ਭਗਤ ਸਿੰਘ ਹੋਰਾਂ ਦਾ ਮਿਆਰ ਸੀ ਕਿ ਤੁਸੀਂ ਬਾਕੀ ਲੋਕਾਂ ਨੂੰ ਸੁਚੇਤ ਕਰਨਾ, ਜਿਸ ਤਰ੍ਹਾਂ ਤੁਸੀਂ ਪਹਿਲਾਂ ਹੀ ਆਖਿਆ ਕਿ ਉਹ ਝੁੱਗੀਆਂ 'ਚ ਜਾ ਕੇ ਉਹਨਾਂ ਨੂੰ ਸੇਧ ਦੇਣੀ ਹੈ, ਘਰਾਂ, ਛੋਟੇ ਘਰਾਂ ਵਿੱਚ, ਖੇਤ ਬੰਨਿਆਂ ਤੇ ਜਾ ਕੇ ਲੋਕਾਂ ਨੂੰ ਸੇਧ ਦੇਣੀ ਹੈ ਕਿ ਜੋ ਵਿਸ਼ਵ ਦੇ ਹੁਕਮਰਾਨ ਨੇ ਉਹ ਤੁਹਾਡਾ ਕਿਵੇਂ ਨੁਕਸਾਨ ਕਰ ਰਹੇ ਨੇ ਜਾਂ ਤੁਹਾਡੀ ਰੋਟੀ ਤੇ ਲੱਤ ਕਿਵੇਂ ਮਾਰ ਰਹੇ ਨੇ। ਤੇ ਇਸ ਵੇਲੇ ਮੈਂ ਜਾਣਨਾ ਚਾਹੁੰਦੀ ਹਾਂ ਤੁਹਾਡੇ ਤੋਂ, ਤੁਹਾਨੂੰ ਕੀ ਕਾਰਨ ਜਾਪਦੇ ਨੇ ਕਿ ਇਸ ਵੇਲੇ ਨੌਜਵਾਨ ਉਸ ਪੱਧਰ ਤੇ ਪੜ੍ਹਨ ਚ ਤੇ ਜਾਣਨ ਚ ਰੁਚੀ ਘੱਟ ਲੈ ਰਿਹਾ ਹੈ। ਨਹੀਂ, ਮਤਲਬ ਕਿ ਮੈਂ ਇਹਦੇ ਨਾਲ ਬਹੁਤਾ ਮੁਤਫਿਕ ਨਹੀਂ ਹਾਂ ਇਸ ਆਬਜ਼ਰਵੇਸ਼ਨ ਨਾਲ, ਕਿਉਂਕਿ ਜੀ ਦੋ ਤਰ੍ਹਾਂ ਦੇ ਜਵਾਨ ਮਿਲਣਗੇ ਤੁਹਾਨੂੰ। ਇੱਕ ਉਹ ਜਵਾਨ ਮਿਲਣਗੇ ਜਿਨ੍ਹਾਂ ਨੂੰ ਹੂੰ ਅਸੀਂ ਨਸ਼ਿਆਂ 'ਚ ਧੱਕ ਦਿੱਤਾ ਹੈ। ਇੱਕ ਉਹ ਬੱਚੇ ਜੀ ਨੇ ਜਿਹੜੇ ਅੱਜ ਟੌਪਰ ਨੇ, ਪੰਜਾਬ ਦੇ +2 ਦੀਆਂ ਬੱਚੀਆਂ ਨੇ, ਉਹ ਦਲਿਤ ਪਰਿਵਾਰਾਂ ਜੀ ਜੀ ਚੋਂ ਨੇ। ਉਹ ਹੁਣ ਅੱਗੇ ਪੜ੍ਹਨ ਤੋਂ ਹੂੰ ਉਹਨਾਂ ਨੂੰ ਅਸੀਂ ਮਤਲਬ ਕਰ ਦਿੱਤਾ ਹੈਗਾ। ਤੋ ਉਹ ਜਿਹੜਾ ਭਗਤ ਸਿੰਘ ਹੁਣਾਂ ਦਾ ਮਤਲਬ ਕਹਿਣਾ, ਜਿੱਦਾਂ ਕਰਤਾਰ ਸਿੰਘ ਸਰਾਭੇ ਤੋਂ ਉਹ ਕਹਿੰਦੇ ਹੂੰ ਦੋ ਗੱਲਾਂ ਸਿੱਖੀਆਂ। ਇੱਕ ਤੇ ਹੈ ਕਿ ਉਹਨਾਂ ਨੇ ਇਹ ਜੀ ਦੱਸਿਆ ਕਿ ਬੰਦਿਆਂ ਦਾ ਰਾਜ ਨਹੀਂ ਹੁੰਦਾ, ਰਾਜ ਇੱਕ ਸਿਸਟਮ ਹੂੰ ਦਾ ਹੁੰਦਾ ਹੈ। ਇੱਕ ਵਿਚਾਰਧਾਰਾ ਜੀ ਹੁੰਦੀ ਹੈ ਰਾਜ ਦੀ ਜਿਹੜੀ ਚਲਾਉਂਦੀ ਹੈ। ਤੋ ਹੂੰ ਜਿਹੜਾ ਅਸੀਂ ਕਈ ਵਾਰੀ ਗਲਤਫਹਿਮੀ ਕਰਦੇ ਨੇ ਨਾ ਕਿ ਬੰਦੇ ਨਾਲ ਲੜ ਰਹੇ ਆ, ਬੰਦੇ ਨਾਲ ਲੜਨ ਦਾ ਕੋਈ ਫਾਇਦਾ ਜੀ ਜੀ ਨਹੀਂ ਹੈ। ਉਹ ਸਿਸਟਮ ਦੀ, ਹੂੰ ਜਿਹਨੂੰ ਆਪਣੇ ਪੁਰਾਣੇ ਯੁੱਗ 'ਚ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੇ ਤੁਸੀਂ ਦੇਹ ਨੂੰ ਮਾਰਨਾ ਹੈ ਤੇ ਉਹਦੇ ਤੋਤੇ ਨੂੰ ਲੱਭੋ। ਹੂੰ ਤੋ ਅੱਜ ਤੋਤਾ ਜੀ ਲੱਭਣ ਦੀ ਲੋੜ ਹੈ।
ਔਰ ਉਹਦੇ ਵਿੱਚ ਹੂੰ, ਨੌਜਵਾਨ ਹੂੰ। ਦੋ ਤਰ੍ਹਾਂ ਪੜ੍ਹਦਾ, ਇੱਕ ਤੇ ਹੈ ਕਿ ਆਪਣੇ ਤਜਰਬੇ ਚੋਂ ਪੜ੍ਹਦਾ, ਔਰ ਅੱਜ ਨੌਜਵਾਨਾਂ ਨੂੰ ਇਹ ਵੀ ਜੀ। ਚੇਤਨ ਹੋਣ ਦੀ ਲੋੜ ਹੈ ਕਿ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਵੀ ਇਹਦੇ ਨਾਲ ਆ ਗਈ, ਹਾਲਾਂਕਿ ਬੜਾ ਇੰਟਰਸਟਿੰਗ ਹੈ ਹੂੰ, ਕਿ ਉਹ ਹੂੰ, ਪਾਲਿਸੀ ਹੂੰ। ਕਦੀ ਪਾਰਲੀਮੈਂਟ 'ਚ ਨਹੀਂ ਲਿਆਈ ਗਈ ਔਰ ਉਹਨੂੰ ਲਾਗੂ ਕੀਤਾ ਜੀ, ਜਾ ਰਿਹਾ। ਬਿਲकुल। ਮਤਲਬ ਇੱਕ ਤੇ हुँ, ਹੈ ਨਾ ਵੀ ਉੱਥੇ ਪਾਰਲੀਮੈਂਟ 'ਚ ਰੌਲਾ ਪਿਆ ਕਿ ਵੀ ਤੁਸੀਂ ਹੱਥ ਖੜੇ ਕਰਕੇ ਦੱਸੋ ਕਿਹੜਾ ਇਹਦੇ ਹੱਕ 'ਚ ਹੈ ਕਿਹੜਾ ਨਹੀਂ ਹੈ, ਉਹ ਲੁਕਾਉਣ ਦੀ ਕੋਸ਼ਿਸ਼ ਕੀਤੀ हुँ, ਉਹਨਾਂ हुँ। ਨੇ, ਰਾਜ ਸਭਾ ਜਿਹੜਾ ਝਗੜਾ ਹੋਇਆ जी, जी। ਔਰ ਉਹਦੇ ਬਾਰੇ ਹੀ हुँ, हुँ। ਮਤਲਬ ਆਪੇ ਹੀ ਪਾਸ ਕਰਕੇ ਕਿ ਜੀ ਇਹ ਤੇ ਦੁਨੀਆ ਦੀ ਮਤਲਬ ਹਿੰਦੁਸਤਾਨ ਦੇ ਲੋਕਾਂ ਦੀ ਪਾਲਿਸੀ ਹੈ, ਮਤਲਬ ਇਸ ਕਰਕੇ ਇਹਨੂੰ हुँ, ਕਿਤੇ ਅਦਾਲਤ ਉੱਥੇ ਲੋਕਾਂ 'ਚ ਲਿਜਾਣ ਦੀ ਲੋੜ ਨਹੀਂ ਹੈ ਔਰ ਲੋਕਾਂ ਦੇ ਉੱਤੇ ਠੋਸ हुँ। ਦਿੱਤੀ ਜਾਏਗੀ। ਅੱਜ ਤੇ ਨੌਜਵਾਨਾਂ ਨੂੰ जी, जी। ਆਪਣੇ ਪੜ੍ਹਨ ਦੇ ਹੱਕ ਨੂੰ ਵੀ ਬਚਾਉਣ ਲਈ ਲੜਾਈ ਲੜਨੀ ਪੈਣੀ ਔਰ ਉਹ ਮਤਲਬ जी। ਉਹਦਾ ਉਹ ਪੁਰਾਣੀ ਜਿਹੜੀ ਵਿਚਾਰਧਾਰਾ ਹੈ, ਉਹ ਵੈਸੇ ਤੇ हुँ, ਧਰਮ ਦੀ ਜਿਹੜੀ ਵਿਚਾਰਧਾਰਾ ਹੈ, ਉਹ ਅੰਗਰੇਜ਼ਾਂ ਨੇ ਵੀ ਪੂਰੀ ਤਰ੍ਹਾਂ ਵਰਤੀ ਕਿ ਲੋਕਾਂ ਨੂੰ ਆਪਸ ਵਿੱਚ हुँ। ਲੜਾਉਣ ਲਈ ਧਰਮ ਨੂੰ ਕਿਵੇਂ ਵਰਤਣਾ ਹੈ। ਤੋਂ ਅੱਜ ਦੀ ਜਿਹੜੀ ਧਰਮ ਦੀ ਜਾਤ ਤੇ ਧਰਮ ਨੂੰ ਨੀਤੀ ਹੈ, ਕਿਸ ਤਰ੍ਹਾਂ ਵਰਤਣਾ ਹੈ। ਜੀ, ਬਿਲकुल। ਉਹਦੇ ਉੱਤੇ हुँ, ਭਗਤ ਸਿੰਘ ਹੋਣਾ ਨੇ ਵਾਰਨ ਕੀਤਾ ਸੀ ਔਰ ਉਹਦੇ ਤੇ ਹੀ ਉਹਨਾਂ ਨੇ ਜੋ हुँ, ਕਰਤਾਰ ਸਿੰਘ ਸਰਾਭੇ ਦਾ ਦੋ ਗੱਲਾਂ, ਉਹ ਕਹਿੰਦੇ ਵੀ ਕਰਤਾਰ ਸਿੰਘ ਸਰਾਭਾ ਗਦਰ ਪਾਰਟੀ ਚੋਂ ਸਾਨੂੰ ਇਹ ਦੱਸਦੇ ਨੇ ਕਿ ਇਹ ਸਾਮਰਾਜਵਾਦ ਦਾ हुँ, ਰਾਜ ਹੈ ਔਰ ਸਾਮਰਾਜਵਾਦ ਉਹ हुँ, ਹੁੰਦਾ ਹੈ ਜਿਹੜਾ ਇੱਕ ਦੇਸ਼ ਦੂਜੇ ਦੇਸ਼ ਨੂੰ ਲੁੱਟਦਾ ਹੈ। ਅਸੀਂ ਤੇ ਆਪਣੇ ਹੱਥੀਂ ਲੁਟਾ ਰਹੇ हुँ। ਹਾਂ ਲੁਟਾਵਾਂਗੇ। जी, ਤੋਂ बिल्कुल। ਇਸ ਕਰਕੇ हुँ, ਅੱਜ हुँ। ਨੌਜਵਾਨਾਂ ਨੂੰ ਮਤਲਬ ਇਹ ਪੂਰੀ ਲੜਾਈ ਜਿਹੜੀ ਹੈ ਕਿਸਾਨਾਂ ਮਜ਼ਦੂਰਾਂ ਦੇ ਨਾਲ ਔਰ ਆਮ ਆਦਮੀ ਨੂੰ ਵੀ, ਕਿਉਂਕਿ ਮੈਂ ਬੜੇ जी, जी। ਇੰਟਰਸਟਿੰਗ ਗੱਲ ਹੈ ਤੁਹਾਡੇ ਲਈ ਕਿ 1857 ਦੇ ਵਿੱਚ ਜਿਹੜਾ ਲੋਕ ਇਕੱਠੇ ਹੋਏ ਸੀ, ਉਹ 'ਚ ਤੁਹਾਨੂੰ ਪਤਾ ਇੱਕ ਸੁਨੇਹਾ ਜਿਹੜਾ जी। ਦਿੱਤਾ ਜਾਂਦਾ ਸੀ, ਉਹ ਰੋਟੀ ਵੰਡੀ ਜਾਂਦੀ ਸੀ हाँ। ਔਰ ਮੈਂ ਕਈ ਸਾਰੇ ਉਦੋਂ ਦੇ हाँ, ਅੰਗਰੇਜ਼ਾਂ ਦੇ हाँ। ਡਾਕੂਮੈਂਟ ਪੜ੍ਹੇ, ਉਹ ਕਹਿੰਦੇ ਜੀ ਅਸੀਂ ਰੋਟੀ ਪਾੜ ਕੇ ਵੀ ਦੇਖੀ, ਉਹ 'ਚ ਕੋਈ ਸੁਨੇਹਾ ਤੇ ਹੈ ਨਹੀਂ, ਪਰ ਉਹ ਰੋਟੀ ਆਪਣੇ ਆਪ 'ਚ ਹੀ हुँ। ਸੁਨੇਹਾ ਸੀ ਕਿ ਇਹ ਅੱਜ ਲੜਾਈ रोटी ਦਾ अपने आप ਲੜਨ ਦਾ सुनेहा ਮਤਲਬ सी। ਆਪਣੀ ਰੋਟੀ ਨੂੰ ਬਚਾਉਣ ਦਾ ਮਤਲਬ ਹੈ ਔਰ ਅਸੀਂ ਸਭ ਉੱਥੇ जी। ਪਹੁੰਚ ਰਹੇ ਹਾਂ ਜਿੱਥੇ ਜਿੱਥੇ जी, जी। ਮਤਲਬ ਉਦੋਂ ਏਕਤਾ ਦੇ ਖਿਲਾਫ ਹੀ ਤੇ ਡਾਇਰ ਜਿਹੜਾ ਪਾਗਲ ਹੋ ਗਿਆ, ਡੁਆਇਰ ਪਾਗਲ ਹੋ ਗਿਆ, ਕਿਉਂਕਿ ਉਸ ਵੇਲੇ हुँ, ਜਲਿਆਂਵਾਲੇ ਬਾਗ ਤੋਂ ਪਹਿਲਾਂ ਜਿਹੜੀ ਲੋਕਾਂ ਦੀ ਏਕਤਾ ਸੀ ਔਰ ਉਸੇ ਏਕਤਾ ਦਾ ਜਿਹੜਾ ਸੁਨੇਹਾ ਹੈ ਉਹ ਸ਼ਹੀਦ ਊਧਮ ਸਿੰਘ ਨੇ ਆਪਣੇ ਨਾਂ ਵਿੱਚ ਦਿੱਤਾ, ਮੁਹੰਮਦ ਸਿੰਘ ਆਜ਼ਾਦ। हुँ, हुँ। ਤੋਂ ਬਿਲਕੁਲ जी। ਠੀਕ ਹੈ ਕਿ ਕਰਤਾਰ ਸਿੰਘ ਸਰਾਭਾ ਦਾ ਸਾਮਰਾਜਵਾਦ ਬਾਰੇ ਭਗਤ ਸਿੰਘ ਨੂੰ ਦੱਸਣਾ ਔਰ ਇੱਕ ਜਿਹੜੀ ਬਹੁਤ ਵਧੀਆ ਹੈ ਕਿ ਉਹ ਜਦੋਂ ਮੈਂ ਹੁਣ ਜੱਜਮੈਂਟ ਪੜ੍ਹ ਰਿਹਾ ਸੀ ਤੇ ਕਰਤਾਰ ਸਿੰਘ ਸਰਾਭੇ जी, ਨੂੰ जी। 19 ਸਾਲ ਦਾ ਸਮਝ ਕੇ ਜੱਜ ਨੇ ਪੁੱਛਿਆ ਕਿ ਇਹਨੂੰ ਤਾਂ ਮੈਂ ਫਸਾ ਸਕਦਾ ਦਲੀਲ ਵਿੱਚ, ਤੇ ਉਹ ਦਲੀਲ ਉਹ हुँ, ਕਹਿੰਦਾ हुँ। ਵੀ ਤੁਸੀਂ 8000 ਲੋਕ ਕੈਨੇਡਾ ਅਮਰੀਕਾ हुँ, ਸਾਰੇ ਪੂਰਬੀ ਏਸ਼ੀਆ ਵਿੱਚੋਂ ਮਤਲਬ ਆਏ ਹਿੰਦੁਸਤਾਨ 'ਚ हुँ, ਇਨਕਲਾਬ ਕਰਨ ਲਈ ਔਰ ਇੱਕ ਤੁਸੀਂ ਝੰਡਾ ਵੀ ਲੈ हुँ, ਕੇ ਆਏ, ਮਤਲਬ ਇਨਕਲਾਬ ਦਾ हुँ, ਝੰਡਾ ਤੁਹਾਡਾ ਤਿੰਨ ਰੰਗ ਦਾ, ਇਹ ਤਿੰਨ ਰੰਗ ਕਾਹਦੇ ਪ੍ਰਤੀਕ ਨੇ? ਤੋ हुँ, ਕਰਤਾਰ ਸਿੰਘ ਸਰਾਭਾ ਦਾ ਜਵਾਬ ਸੀ ਕਿ ਇਹ ਤਿੰਨ ਉਹਨਾਂ ਇਨਸਾਨੀ ਕਦਰਾਂ ਦੇ ਰੰਗ ਨੇ ਜਿਹਦੇ ਉੱਤੇ ਸਮਾਜ ਅੱਗੇ हुँ। ਮਤਲਬ ਵੱਧਦਾ ਹੈਗਾ। ਉਹ ਹੈ ਇਹ जी, जी। ਬਰਾਬਰਤਾ, ਭਾਈਚਾਰਾ ਤੇ ਆਜ਼ਾਦੀ। ਤੋ हुँ, ਬਰਾਬਰੀ ਤੇ बराबर। ਭਾਈਚਾਰਾ ਜਿਹੜਾ ਹੈ ਉਹ ਉਹਦੇ ਉੱਤੇ ਔਰ ਭਗਤ ਸਿੰਘ हुँ। ਨੇ ਉਹਨੂੰ ਲੈ ਕੇ ਹੀ ਨੌਜਵਾਨ ਭਾਰਤ ਸਭਾ ਬਣਾਈ ਔਰ ਉਹਨਾਂ ਦਾ ਇਹ ਕਹਿਣਾ जी। ਕਿ ਨੌਜਵਾਨ ਹੀ ਅਸਲ 'ਚ ਮਤਲਬ ਨਵੀਂ ਲੜਾਈ ਲੜ ਸਕਦੇ ਨੇ। ਤੋ ਉਹ ਕਰਤਾਰ ਸਿੰਘ हुँ, ਸਰਾਭੇ हुँ। ਤੋਂ ਔਰ ਉਹਦੇ ਤੋਂ ਹੀ ਉਹਨਾਂ ਨੇ ਸਿੱਖਿਆ ਕਿ ਅਮਰੀਕਾ ਜਾ ਕੇ, ਹਾਲਾਂਕਿ ਜੱਜ ਨੇ ਔਰ ਬੜੀ ਇੰਟਰਸਟਿੰਗ ਰਿਸਰਚ ਹੈ ਸਾਡੀ ਕਿ ਕਰਤਾਰ ਸਿੰਘ ਸਰਾਭਾ ਉੜੀਸਾ 'ਚੋਂ ਇਨਕਲਾਬੀ ਬਣ ਕੇ ਗਿਆ ਸੀ ਕਿਉਂਕਿ ਉਹਨਾਂ ਦੇ ਜਿਹੜੇ जी। ਟੀਚਰ ਸੀਗੇ ਉਹ ਹੀ ਟੀਚਰ ਸਨ ਸੁਭਾਸ਼ ਚੰਦਰ ਬੋਸ ਦੇ, ਮਾਧਵ ਰਾਓ, अच्छा। जी, जी। ਮਤਲਬ ਔਰ हुँ, ਉਹਨਾਂ ਦੀਆਂ हुँ। ਦੋ ਲੜਕੀਆਂ ਜਿਹੜੀਆਂ ਨੇ ਉਹ ਵੀ ਇਨਕਲਾਬੀ ਸੀ ਔਰ ਜੱਜ जी, ਕਹਿੰਦਾ जी। ਇਹ ਅਮਰੀਕਾ ਜਾ ਕੇ ਨਹੀਂ ਇਨਕਲਾਬੀ ਹੋਇਆ, ਇਹ ਤੇ ਹਿੰਦੁਸਤਾਨ 'ਚੋਂ ਇਨਕਲਾਬੀ ਬਣ हुँ, ਕੇ ਗਿਆ। ਤੋਂ ਮਤਲਬ ਕਿ ਸਾਡੇ हुँ, ਆਪਣੇ हुँ। ਨੌਜਵਾਨਾਂ ਵਿੱਚ ਉਹ ਹੈ, ਲੇਕਿਨ ਸਾਡੇ 'ਚ ਜਿਹੜੀ ਕਮੀ ਹੈ ਉਹ ਇਨਕਲਾਬੀ ਜਜ਼ਬੇ ਦੀ ਹੈ ਕਿ ਅਸੀਂ ਮਤਲਬ ਇੱਕ ਸਮਝਦਾਰੀ ਨਾਲ ਪਹਿਲਾਂ ਤੇ ਆਪਣੀ ਸਮਝਦਾਰੀ ਬਣਾਈਏ ਔਰ ਉਹਦੇ ਤੋਂ ਬਾਅਦ ਇੱਕ हुँ, ਲਗਾਤਾਰ ਜਿਹੜਾ ਭਗਤ ਸਿੰਘ ਨੇ ਜਿਵੇਂ ਕੀਤਾ ਕਿ ਜਦੋਂ ਉਹਨਾਂ ਨੂੰ ਸਮਝ ਆ ਗਈ ਤੇ ਉਹ ਖੁਦ ਚੱਲ ਕੇ ਗਏ ਨੇ ਅੰਗਰੇਜ਼ ਨੂੰ ਚੈਲੰਜ ਕਰਨ ਲਈ, ਮਤਲਬ जी। ਅਸੈਂਬਲੀ ਵਿੱਚ ਉਹਨਾਂ ਨੂੰ ਫੜ ਕੇ ਨਹੀਂ ਲੱਗਿਆ। हाँ, ਤੋ फड़ के ਇਹ नहीं ਇਸ लेके ਕਰਕੇ गया। ਅੱਜ ਬਿਲਕੁਲ ਤੁਹਾਡਾ ਹੈ ਕਿ ਨੌਜਵਾਨਾਂ ਨੂੰ ਮਤਲਬ ਚੇਤਨਤਾ ਵੀ ਹੋਣੀ ਚਾਹੀਦੀ ਹੈ ਔਰ ਮਤਲਬ ਅੱਜ ਦੁਨੀਆ ਜਿਹੜੀ ਹੈ ਉਹਦੇ ਚ ਬਹੁਤ ਕੁਝ ਜੋ ਅੱਜ ਸਾਡੀ ਐਜੂਕੇਸ਼ਨ ਪਾਲਿਸੀ जी। ਆ ਰਹੀ ਹੈ ਉਹ ਪਹਿਲਾਂ हुँ, ਵਰਲਡ ਬੈਂਕ ਨੇ ਲਿਖੀ ਹੋਈ ਹੈ। ਮੈਂ ਜਦੋਂ ਉਹ ਕੱਢਿਆ ਡਾਕੂਮੈਂਟ ਕਿ ਵਰਲਡ ਬੈਂਕ ਨੇ ਕਿਹਾ ਕਿ हुँ, ਵੀ ਤੁਹਾਨੂੰ ਕਿਹੋ ਜੀ ਐਜੂਕੇਸ਼ਨ ਪੈਦਾ ਕਰਨੀ ਚਾਹੀਦੀ ਹੈ ਵੀ ਜਿਹਦੇ ਵਿੱਚ ਮਤਲਬ हुँ, ਇਹਦੇ ਉੱਤੇ, ਕਿਉਂਕਿ ਸਾਡੇ ਕੋਲ ਇੱਕ ਮਤਲਬ ਇਹੋ ਜੀ ਵਿਚਾਰਧਾਰਾ ਵੀ ਹੈ ਜਿਹੜੀ ਕਹਿੰਦੀ ਹੈ ਕਿ ਆਮ ਆਦਮੀ हुँ, ਨੂੰ ਲੜਕੀਆਂ ਨੂੰ ਪੜ੍ਹਨ ਨਹੀਂ ਦੇਣਾ, ਤੋ ਉਹ ਉਹਦੇ ਨਾਲ ਮਿਲ हुँ, ਜਾਂਦੀ ਹੈ। ਉਹ ਜਿਹੜਾ ਆਪਣਾ ਕਹਿੰਦੇ ਨਾ ਵੀ ਇੱਕ ਤੇ हुँ। ਕਰੇਲਾ ਦੂਜਾ ਨਿੰਮ ਚੜਿਆ, ਮਤਲਬ ਇਹ ਜਿਹੜੀ ਆਪਣੀ जी। ਪੁਰਾਣੀ ਲੈ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਵਿੱਚ ਔਰ ਅੰਤਰਰਾਸ਼ਟਰੀ हुँ, ਜਿਹੜੀ हुँ। ਪੂੰਜੀ ਹੈ ਉਹ ਉਹਦੇ ਵਾਸਤੇ
ਹੂੰ, ਰਾਹ ਮੋਕਲਾ ਕਰਨ ਵਿੱਚ ਉਹ ਕੰਮ ਆਉਂਦਾ ਹੈ। ਔਰ ਇਹ ਅੰਗਰੇਜ਼ ਰਾਜ ਵੀ ਇਹੀ ਕਰਦਾ ਸੀ, ਧਰਮਾਂ ਉੱਤੇ ਹੀ ਲੜਾਉਂਦਾ ਸੀ। ਜੀ। ਤੇ ਹੂੰ। ਅੱਜ ਵੀ ਧਰਮ ਨੂੰ ਧਰਮ ਬਹਾਨਾ ਬਣਾ ਕੇ ਲੋਕਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਪਰ ਪ੍ਰੋਫੈਸਰ ਸਾਹਿਬ ਉਦੋਂ ਅੰਗਰੇਜ਼ ਸਾਡਾ ਇੱਕ ਸਾਂਝਾ ਦੁਸ਼ਮਣ ਸੀ, ਵਿਦੇਸ਼ੀ ਹਾਕਮ, ਤੇ ਉਹ ਇਹ ਪੈਂਤੜਾ ਵਰਤ ਰਹੇ ਸਨ ਕਿ ਧਰਮ ਅਤੇ ਜ਼ਾਤਾਂ ਦੇ ਆਧਾਰ ਤੇ, ਰੰਗ ਨਸਲ ਦੇ ਆਧਾਰ ਤੇ ਭਾਰਤੀਆਂ ਨੂੰ ਲੜਾਇਆ ਜਾ ਸਕਦਾ ਹੈ। ਪਰ ਹੁਣ ਤਾਂ ਦੁਸ਼ਮਣ ਬਹੁਤ ਜ਼ਿਆਦਾ ਨੇ ਤੇ ਬਹੁਤ ਰੂਪਾਂ ਵਿੱਚ ਨੇ। ਬਹੁਤੀਆਂ ਸਿਆਸੀ ਪਾਰਟੀਆਂ ਤੇ ਹੋਰ ਆਲੇ ਦੁਆਲੇ ਜਿਹੜਾ ਅੰਧਕਾਰ ਫੈਲਾਉਣ ਵਾਲੇ ਤੱਤ ਬਹੁਤ ਜ਼ਿਆਦਾ ਨੇ, ਜਿਹੜੇ ਇਸ ਆਧਾਰ ਤੇ ਵੰਡੀਆਂ ਪਾਉਂਦੇ ਨੇ। ਇਸ ਕਰਕੇ ਦੁਸ਼ਮਣ ਦੀ ਸ਼ਨਾਖਤ ਥੋੜੀ ਔਖੀ ਨਹੀਂ ਹੋ ਗਈ ਹੁਣ? ਨਹੀਂ ਨਹੀਂ, ਹੁਣ ਮੇਰਾ ਮਤਲਬ ਆਪਾਂ ਨੂੰ ਪਤਾ ਹੈ ਕਿ ਜਦੋਂ ਪਹਿਲਾਂ ਬਿਮਾਰੀ ਦੇ ਲੱਛਣ ਜਿਹੜੇ ਨੇ ਉਹ ਸਾਹਮਣੇ ਨਜ਼ਰ ਆਉਂਦੇ ਹੁੰਦੇ ਨੇ, ਫਿਰ ਉਹ ਤੁਹਾਡੇ ਅੰਦਰ ਵੜ ਜੀ ਜਾਂਦੀ ਹੈ। ਜਿੱਦਾਂ ਅੱਜ ਕੱਲ੍ਹ ਕਰੋਨਾ ਵੀ ਹੋ ਰਿਹਾ ਜੀ ਨਾ, ਜੀ ਲੋਕੀ ਕਰੋਨਾ ਤੋਂ ਠੀਕ ਜੀ ਹੋ ਜੀ। ਜਾਂਦੇ ਨੇ, ਪਰ ਉਸ ਤੋਂ ਬਾਅਦ ਕਹਿੰਦੇ ਜੀ ਹੋਰ ਹੂੰ। ਬਿਮਾਰੀਆਂ ਨਿਕਲ ਆਈਆਂ, ਕਿਉਂਕਿ ਬਿਮਾਰੀਆਂ ਤੇ ਪਈਆਂ ਹੋਰ ਹੋਈਆਂ ਸੀ। ਬਿਮਾਰੀਆਂ ਨਿਕਲ ਆਈਆਂ। ਪਰ ਜਦੋਂ ਹੂੰ। ਤੁਹਾਡਾ ਕਮਜ਼ੋਰ ਹੁੰਦਾ ਸਿਸਟਮ, ਫਿਰ ਉਹ ਸਾਰੀਆਂ ਬਿਮਾਰੀਆਂ ਆਉਂਦੀਆਂ ਨੇ। ਹੁਣ ਵੀ ਜੇ ਲੋਕਾਂ ਨੂੰ ਇਹ ਜੀ। ਸਮਝ ਨਾ ਆਈ ਕਿ ਵੀ ਸਾਡੇ ਉੱਤੇ ਸਾਰਿਆਂ ਤੇ ਇੱਕ ਸਾਂਝਾ ਹਮਲਾ ਹੈ, ਔਰ ਉਹ ਪੇਟ ਤੇ ਹਮਲਾ ਹੈ। ਹੂੰ ਹੂੰ ਕੱਲ ਨੂੰ ਕੋਈ ਹੂੰ ਵੀ ਹੂੰ ਬੰਦਾ ਜਿਹੜਾ ਅੱਜ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ, ਉਹ ਕੱਲ ਨੂੰ ਜਦੋਂ ਉਹਨੂੰ ਕਣਕ ਦਾ ਹੂੰ ਭਾਅ 25,000 ਰੁਪਏ ਦੇਣਾ ਪਿਆ, 30 ਮਤਲਬ 3,000 4,000 ਰੁਪਏ ਦੇਣਾ ਪਿਆ, ਫਿਰ ਸਮਝ ਲੱਗਣੀ ਹੈ। ਹੂੰ ਔਰ ਮੈਂ ਇਹ ਕਹਿੰਦਾ ਹੁੰਦਾ ਕਿ ਅਮ੍ਰਿਤਿਆ ਸੈਨ ਨੇ ਸਾਨੂੰ ਇੱਕ ਗੱਲ ਸਮਝਾਈ, ਜਿਹਦੇ ਕਰਕੇ ਨੋਬਲ ਪ੍ਰਾਈਜ਼ ਮਿਲ ਗਿਆ, ਕਿ ਲੋਕ ਜੀ। ਅਕਾਲ ਵਿੱਚ ਅਨਾਜ ਦੀ ਕਮੀ ਨਾਲ ਨਹੀਂ ਮਰਦੇ, ਉਹਨਾਂ ਦੀ ਖਰੀਦ ਹੂੰ। ਸ਼ਕਤੀ ਜਦੋਂ ਖਤਮ ਹੋ ਜਾਂਦੀ ਹੈ ਤਾਂ ਮਰਦੇ। ਤੋ ਇਸ ਤਾਂ ਕਰਕੇ ਮਰਦੇ ਨੇ ਜੀ, ਬਿਲਕੁਲ। ਇਹ ਅੱਜ ਮਤਲਬ ਇਹ ਜਿਹੜਾ ਨਾ ਕਿ ਅੱਜ ਉਹ ਮਿਕਸ ਅਪ ਹੋ ਗਿਆ ਹੈ। ਮਤਲਬ ਉਹਦੇ ਵਿੱਚ ਹੈ ਹੂੰ ਕਿ ਲਾਲਚ ਨੇ ਭਾਰੂ ਕਰ ਲਿਆ, ਰਾਜਨੀਤੀ ਦੇ ਲਾਲਚ ਹੂੰ ਨੇ, ਰਾਜ ਦੇ ਲਾਲਚ ਨੇ ਲੋਕਾਂ ਨੂੰ, ਮਤਲਬ, ਹੂੰ ਔਰ ਉਹਦੇ ਵਿੱਚ ਉਹਨਾਂ ਦੇ ਹਿੱਤ ਵੀ ਜੁੜੇ ਹੋਏ ਨੇ। ਹੁਣ ਮੈਂ ਜਦੋਂ ਕੁਝ ਜੀ। ਪਾਰਟੀਆਂ ਦੇ ਲੀਡਰਾਂ ਨੂੰ ਵੀ ਅਸੀਂ ਜੀ ਆਪ ਮਤਲਬ ਬਾਹਰ ਮਤਲਬ ਵਪਾਰ ਕਰਦੇ ਆ, ਇਹ ਤਾਂ ਬੜੀ ਚੰਗੀ ਗੱਲ ਹੈ, ਉਹਦੇ ਵਾਸਤੇ ਹੂੰ ਤਾਂ ਬਹੁਤ ਚੰਗੀ ਗੱਲ ਹੈ। ਜਿਹੜਾ ਬਾਹਰ ਹੂੰ ਵਪਾਰੀ ਹੂੰ ਹੈਗਾ ਔਰ ਨਾਲ ਪੋਲੀਟੀਸ਼ੀਅਨ ਬਣਿਆ ਹੋਇਆ ਹੈ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੂੰ ਹੋਵੇ, ਉਹ ਉਹਦਾ ਆਪੋਜੀਸ਼ਨ ਹੂੰ ਕਿਉਂ ਕਰੇਗਾ? ਲੇਕਿਨ ਜਿਹੜਾ ਆਮ ਆਦਮੀ ਹੈ, ਬਿਲਕੁਲ। ਉਹਦੀ ਨੂੰ ਫਲ ਨਾ ਹੂੰ ਲੱਗੇ। ਔਰ ਇਸੇ ਕਰਕੇ ਭਗਤ ਸਿੰਘ ਉਹਨਾਂ ਨੇ ਜਿਹੜੀ ਆਖਰੀ ਚਿੱਠੀ ਲਿਖੀ ਸੀ, ਉਹ 'ਚ ਇਹੀ ਕਿਹਾ ਸੀ ਹੂੰ ਕਿ ਸਾਡੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਅਸੀਂ ਰਾਜ ਦੇ ਖਿਲਾਫ ਜੰਗ ਲੜ ਰਹੇ ਹਾਂ। ਪਰ ਉਹ ਕਹਿੰਦੇ ਹੂੰ ਜੰਗ ਸਾਡੇ ਨਾਲ ਸ਼ੁਰੂ ਨਹੀਂ ਹੋਈ, ਸਾਡੇ ਨਾਲ ਖਤਮ ਨਹੀਂ ਹੋਣੀ, ਇਹ ਉਦੋਂ ਤੱਕ ਚੱਲਦੀ ਰਹੇਗੀ। ਹੂੰ ਲੋਕ ਸੰਘਰਸ਼ ਕਰਦੇ ਰਹਿਣਗੇ ਜਦੋਂ ਤੱਕ ਲੋਕਾਂ ਨੂੰ ਹੂੰ ਉਹਨਾਂ ਦੇ ਮਤਲਬ ਮਿਹਨਤ ਦਾ ਫਲ ਨਹੀਂ ਮਿਲਦਾ। ਕਿਸਾਨ ਕਾਹਦੇ ਲਈ ਲੜ ਰਹੇ ਨੇ? ਜੀ। ਹਾਲਾਂਕਿ ਕਿਸਾਨ ਹੂੰ ਨੂੰ ਜਿਹੜਾ ਇੱਕ ਠੇਕੇਦਾਰੀ ਵਿੱਚ ਲੈ ਆਂਦੀ ਕਿ ਜੀ ਤੁਸੀਂ ਠੇਕਾ ਕਰ ਲਓ, ਹੂੰ ਮਤਲਬ ਸਰਕਾਰ ਮਤਲਬ ਆਪ ਵਿੱਚੋਂ ਨਿਕਲ ਰਹੀ ਹੈ। ਔਰ ਫਿਰ ਮਤਲਬ ਹੂੰ ਕਿਸਾਨਾਂ ਨੂੰ ਮਤਲਬ ਉਹ ਵੱਡੇ ਵਪਾਰੀਆਂ ਦੇ ਅੱਗੇ ਮਤਲਬ ਉਹਨਾਂ ਕੋਲ ਤੇ ਪੂਰੀ ਫੌਜ ਹੋਏਗੀ ਵਕੀਲਾਂ ਦੀ, ਤੁਸੀਂ ਉਹਦੇ ਨਾਲ ਕੀ ਕਰੋਗੇ? ਇਹ ਹੂੰ ਅੱਗੇ ਹੋ ਚੁੱਕਾ, ਇਹ ਕੋਈ ਉਹਨਾਂ ਦੇ ਨਵੀਂ ਗੱਲ ਰਹਿਣ ਤੇ ਨਹੀਂ ਹੈ। ਛੱਡ ਰਹੀ ਹੈ ਜੀ। ਉਹ ਕੰਟਰੈਕਟ ਜਿੱਥੇ ਠੇਕੇਦਾਰੀ ਦੀ ਗੱਲ ਕਰ ਰਹੇ ਹਾਂ ਅਸੀਂ, ਉਹ ਠੇਕੇਦਾਰੀ ਵਿੱਚ ਸ਼ਾਇਦ ਹੂੰ ਸਾਡੇ ਕਿਸਾਨਾਂ ਨੂੰ ਇਹ ਸਮਝ ਆਉਣੀ ਚਾਹੀਦੀ ਹੈ ਕਿ ਭਾਈ ਜੇ ਮੇਰੇ ਕੋ ਤੁਸੀਂ ਹੂੰ ਬਜਾਉਣਾ ਹੈ ਨਾ, ਤੇ ਮੇਰਾ ਇੰਨਾ ਠੇਕਾ ਬਣਦਾ ਜ਼ਮੀਨ ਦਾ, ਤੇ ਜੇ ਮੇਰੇ ਤੋਂ ਮਿਹਨਤ ਹੂੰ ਕਰਾਉਣੀ ਹੈ, ਇੰਨੀ ਮੇਰੀ ਮਿਹਨਤ ਬਣਦੀ ਹੈ, ਇਹ ਪਹਿਲਾਂ ਰੱਖ ਦਿਓ, ਫਿਰ ਜੋ ਤੁਸੀਂ ਕਹੋਗੇ ਮੈਂ ਬੀਜ ਹੂੰ ਦਿਆਂਗਾ। ਤੁਸੀਂ ਆਣ ਕੇ ਰੋਜ਼ ਦੇਖੋ, ਮੈਨੂੰ ਪਰ ਜਿੱਦਾਂ ਕਹੋਗੇ ਮੈਂ ਉਦਾਂ ਕਰੀ ਜਾਵਾਂਗਾ। ਪਰ ਇਹ ਜਿਹੜਾ ਹੂੰ ਹੈ, ਇਹਦੇ ਉੱਤੇ ਬਹੁਤ ਹੂੰ ਚੰਗੀ, ਔਰ ਉਹਦੇ ਜਿੱਦਾਂ ਤੁਸੀਂ ਕਿਹਾ ਕਿ ਅੱਜ ਨੌਜਵਾਨਾਂ ਨੂੰ ਮਤਲਬ ਉਹਦੇ ਉੱਤੇ ਚੇਤਨਤਾ ਫੈਲਾਉਣ ਦੀ ਔਰ ਲੋੜ ਹੈ, ਕਿਉਂਕਿ ਨੌਜਵਾਨਾਂ ਦੇ ਪੱਲੇ ਵੀ ਕੁਝ ਨਹੀਂ ਪੈਣਾ। ਹੂੰ ਕਲਾਸਾਂ ਜਿਹੜੀਆਂ ਨੇ ਉਹ ਬਿਲਕੁਲ। ਹਵਾਈ ਹੋ ਸਾਨੂੰ ਗਈਆਂ ਨੇ। ਕਾਨੂੰਨੀ ਭਾਸ਼ਾ ਦੇ ਵਾਕਫ ਸਾਨੂੰ ਜਾਣੂ ਹੋਣਾ ਪਏਗਾ। ਸਾਨੂੰ ਉਹਨਾਂ ਦੀਆਂ ਜਿਹੜੀਆਂ ਸ਼ਰਤਾਂ ਦੇ ਨਹੀਂ ਬਿਟਵੀਨ ਦਾ ਲਾਈਨਸ ਜੋ ਹੋਏਗਾ ਉਹਨਾਂ ਠੇਕਿਆਂ ਤੇ, ਉਹ ਵੀ ਨਹੀਂ, ਸਾਨੂੰ ਬਿਲਕੁਲ ਸਮਝ ਪਹਿਲਾਂ ਆਉਣਾ ਤਾਂ ਚਾਹੀਦਾ ਕਿ ਤੁਸੀਂ, ਕਹਿਣਾ ਕੀ ਚਾਹੁੰਦੇ ਨੇ ਹਾਂਜੀ, ਠੇਕੇਦਾਰ। ਨਹੀਂ ਜੀ ਉਹਦੇ ਚ ਹੈ ਜੀ ਕਿ ਤੁਸੀਂ ਆਪਣੀਆਂ ਟਰਮਸ ਬਣਾਓਗੇ। ਮੈਂ ਅੱਜ ਹੀ ਇੱਕ ਨੌਜਵਾਨ ਬਿਲਕੁਲ। ਮਤਲਬ ਗਰੁੱਪ ਹੈ ਵਕੀਲਾਂ ਦਾ, ਉਹਨਾਂ ਨੂੰ ਕਹਿ ਰਿਹਾ ਸੀ ਵੀ ਤੁਸੀਂ ਕੰਟਰੈਕਟ ਬਣਾਓ ਹੂੰ ਕਿਸਾਨ ਲਈ, ਹੂੰ ਕਿ ਆਪਾਂ ਫਿਰ ਉੱਥੇ ਜੀ। ਫੜਾਂਗੇ ਕਿ ਭਾਈ ਜੇ ਮੇਰੇ ਨਾਲ ਹੂੰ ਸਮਝੌਤਾ ਕਰਨਾ ਤੇ ਆ ਮੇਰਾ ਕਾਗਜ਼ ਹੈ ਤੇ ਸਾਈਨ ਕਰੋ। ਹਾਂ, ਮੈਨੂੰ ਇਹ ਪਹਿਲਾਂ ਸ਼ਰਤਾਂ ਨੇ ਦਿਓ ਤੁਸੀਂ ਸਾਡੀਆਂ। ਪੈਸੇ, ਮੈਨੂੰ ਪੈਸੇ ਦਿਓ, ਮੈਂ ਤੁਹਾਡੇ ਹੂੰ ਕਰਜ਼ੇ ਨਾਲ ਖੇਤੀ ਨਹੀਂ ਕਰਨੀ। ਕਿਉਂਕਿ ਉਹ ਜਿਸ ਚਲਾਕੀ ਤੇ ਨੇ ਬਿਲਕੁਲ। ਕਿ ਵੀ ਕਿਸਾਨ ਤੋਂ ਹੂੰ ਕਰਜ਼ਾ ਦੇ ਕੇ ਮੁੜ ਕੇ ਕਹੋ ਜੀ ਇਹ ਤੇ ਨਿੱਜੀ ਕਰਜ਼ਾ ਹੈ, ਔਰ ਉਹਦੇ ਵਿੱਚ ਉਹਨੂੰ ਜ਼ਮੀਨੋਂ ਹੂੰ ਬੇਦਖਲ ਕਰੋ। ਔਰ ਵਰਲਡ ਬੈਂਕ ਨੇ ਬਹੁਤ ਹੂੰ ਪਹਿਲਾਂ ਕਿਹਾ ਸੀ ਕਿ ਤੁਸੀਂ ਪਿੰਡ ਉਜਾੜੋ, ਵੱਡੇ ਸ਼ਹਿਰ ਬਣਾਓ, ਕਿਉਂਕਿ ਮੇਰਾ ਪੈਸਾ ਵੱਧ ਹੂੰ ਵੱਡੇ ਸ਼ਹਿਰਾਂ 'ਚ ਲੱਗ ਸਕਦਾ ਹੈ, ਪਿੰਡਾਂ ਵਿੱਚ ਮੈਂ ਛੋਟੇ-ਛੋਟੇ ਹੂੰ ਕਰਜ਼ੇ ਨਹੀਂ ਦੇਣੇ, ਔਰ ਆਪਾਂ ਲੈਣੇ ਹੀ ਹੂੰ ਹੈਗੇ ਵੱਡੇ ਕਰਜ਼ੇ। ਤੋ ਇਸ ਜੀ ਕਰਕੇ ਜੀ। ਪੂਰੀ ਜਿਹੜੀ ਸਮਝਦਾਰੀ ਹੈ, ਔਰ ਇਹਨੂੰ ਬਣਾਉਣ ਦੀ ਹੂੰ ਲੋੜ ਹੈ। ਔਰ ਇਹ ਭਗਤ ਹੂੰ ਸਿੰਘ ਹੀ ਸਾਨੂੰ ਸਿਖਾ ਰਿਹਾ, ਕਿਉਂਕਿ ਜੇ ਉਹ ਮਤਲਬ ਜੀ ਹਰ ਜੀ। ਤਜਰਬੇ ਨੂੰ ਸਾਂਝਾ ਵੀ ਕਰਦੇ ਨੇ, ਕਿ ਜੇ ਉਹਨਾਂ ਨੇ ਦੇਖਿਆ ਕਿ ਹੂੰ ਆਇਰਲੈਂਡ ਨੇ ਆਪਣੀ ਜੰਗ ਜਿੱਤੀ ਹੈ,
ਤੋ ਆਇਰਲੈਂਡ ਦੇ ਜਿਹੜੇ ਹੂੰ, ਉੱਥੋਂ ਦੇ ਲੜਾਕੇ ਆਜ਼ਾਦੀ ਘੁਲਾਟੀਏ ਸੀ, ਉਹਨਾਂ ਦੀ ਬਾਇਓਗ੍ਰਾਫੀ ਹਿੰਦੀ ਵਿੱਚ ਹੂੰ, 17 ਸਾਲ ਦੀ ਉਮਰ ਵਿੱਚ ਉਹ ਸਾਂਝਾ ਕਰਦਾ ਤਾਂ ਕਿ ਲੋਕੀ ਉਹ ਤਜਰਬਾ ਸਾਂਝਾ ਕਰ ਸਕਣ। ਤੋ ਅੱਜ ਸਾਡੇ ਕੋਲ ਬਹੁਤ ਹੂੰ, ਸਾਰੇ ਵਸੀਲੇ ਹੈਗੇ ਨੇ, ਔਰ ਉਹ ਨੌਜਵਾਨਾਂ ਨੂੰ, ਔਰ ਖਾਸ ਤੌਰ ਤੇ ਜਿਹੜਾ ਸਾਡੀਆਂ ਭੈਣਾਂ ਮਾਵਾਂ ਦਾ, ਕਿਉਂਕਿ ਸਾਰਾ ਭਾਰ ਉਹਨਾਂ ਤੇ ਪੈਣਾ। ਹੂੰ, ਪਹਿਲਾਂ ਇਹਨੇ ਜੀ, ਡੀਮੋਨਟਾਈਜੇਸ਼ਨ ਨਾਲ ਮਤਲਬ ਜਿਹੜੀ ਨੋਟਬੰਦੀ ਕੀਤੀ, ਉਹਦੇ ਨਾਲ ਭੈਣਾਂ ਦਾ ਸਾਰਾ ਬਚਤ 20% ਬਚਤ ਸੀ ਸਾਡੇ ਕੋਲ, ਮਤਲਬ ਇੰਡੀਆ ਵਿੱਚ, ਬਿਲਕੁਲ। ਜਿਹੜੀ ਸਾਡੀਆਂ ਮਾਵਾਂ ਹੂੰ, ਭੈਣਾਂ ਲੁਕੋ ਕੇ ਰੱਖਦੀਆਂ ਸੀ ਔਰ ਘਰ ਚਲਾਉਂਦੀਆਂ ਸੀ। ਹੂੰ, ਬੰਦਾ ਨਹੀਂ ਸੀ ਘਰ ਘਰ ਚਲਾਉਂਦਾ। ਚਲਾਉਂਦੀਆਂ ਸੀ ਜੀ, ਬਿਲਕੁਲ। ਲੇਕਿਨ ਹੂੰ, ਲੇਕਿਨ ਲੇਕਿਨ ਉਹ ਸਾਰੀ ਜਿਹੜੀ ਹੈਗੀ ਉਹ ਖਾ ਗਏ। ਫਿਰ ਉਹ ਤੋਂ ਬਾਅਦ ਇਹਨਾਂ ਨੇ ਹੂੰ, ਜੀਐਸਟੀ ਨਾਲ ਸੂਬਿਆਂ ਨੂੰ ਖਾ ਲਿਆ। ਮਤਲਬ ਉਹ ਤੇ ਹੂੰ, ਲਗਾਤਾਰ, ਔਰ ਜਦੋਂ ਮੈਂ ਕਹਿੰਦਾ ਹੁੰਦਾ ਕਿ ਇੱਕ ਗੱਲ ਬੜੀ ਸੱਚੀ ਕਹਿੰਦੇ ਹੋ, ਕਿਉਂਕਿ ਆਪਾਂ ਕਈ ਵਾਰੀ ਕਹਿੰਦੇ ਆ ਕਿ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਸੱਚੀ ਗੱਲ ਨਹੀਂ ਕਰਦੇ। ਮੈਂ ਕਿਹਾ ਜਦੋਂ ਸੱਚੀ ਕਰਦੇ ਨੇ ਆਪਾਂ ਹੂੰ, ਮੰਨਦੇ ਨਹੀਂ। ਉਹਨਾਂ ਨੇ ਬੜਾ ਸਾਫ਼ ਕਿਹਾ ਆਪਾਂ ਕਿ ਮੰਨਦੇ ਨਹੀਂ। 80 ਕਰੋੜ ਲੋਕ ਜਿਹੜੇ ਨੇ, ਉਹ ਇੰਨੇ ਮੈਂ ਕੰਗਾਲ ਕਰਤੇ ਨੇ ਕਿ ਮਹੀਨੇ ਵਿੱਚ 5 ਕਿਲੋ ਦਾਣਿਆਂ ਨਾਲ ਤੇ 1 ਕਿਲੋ ਦਾਲ ਨਾਲ ਉਹਨਾਂ ਨੂੰ ਮੈਂ ਟਰਕਾ ਸਕਦਾ। ਤੇ ਸੱਚਾਈ ਕੀ ਬਿਲਕੁਲ, ਹੈ? ਕਿ ਵਾਕਈ 80 ਇਹ ਕਰੋੜ ਸੱਚ ਹੈ, ਲੋਕਾਂ ਨੂੰ ਬਿਲकुल। ਤੁਸੀਂ ਕੰਗਾਲ ਕਰਤਾ ਹੈ। ਔਰ ਹੁਣ ਬਾਕੀ ਜਿਹੜੇ हुँ, 50 ਮਤਲਬ 50 ਕਰੋੜ ਹੈਗੇ ਨੇ, ਉਹਦੇ ਵਿੱਚੋਂ ਤੁਸੀਂ ਹੋਰ हुँ, ਫਰਦਰ 30 ਕਰੋੜ ਜਿਹੜੇ ਨੇ ਉਹਨਾਂ ਨੂੰ ਕੰਗਾਲ ਕਰ ਦਿਓਗੇ। ਔਰ 20 ਕਰੋੜ जी, ਜਿਹੜਾ ਹੈ, ਉਹਦੇ ਵਿੱਚ ਉਹਦੇ ਉੱਤੇ ਵੀ ਮਤਲਬ 1% ਜਿਹੜਾ ਹੈ ਉਹਦਾ ਗਲਬਾ ਹੋਏਗਾ। ਤੋ ਇਸ जी, जी। ਕਰਕੇ ਬੜੀ ਵਧੀਆ ਗੱਲ ਤੁਸੀਂ ਕੀਤੀ ਹੈ ਕਿ ਨੌਜਵਾਨਾਂ ਨੂੰ ਮਤਲਬ ਸਾਰੀ ਸਮਝਦਾਰੀ, ਔਰ ਉਹ ਜਿਹੜਾ हुँ, ਤੋਤਾ ਹੈ ਇਹਦੇ ਮਗਰ, ਉਹਨੂੰ ਸਮਝਣ ਦੀ ਲੋੜ ਹੈ, ਕਿਉਂਕਿ ਤੋਤਾ ਬਹੁਤਾ ਕੰਮ ਹੁੰਦਾ हुँ, ਨਹੀਂ, ਦੇ ਭਾਵੇਂ ਆਦਮਬੋ ਕਰਦਾ ਫਿਰੇ, ਲੇਕਿਨ ਉਹਦਾ ਤੋਤਾ ਜਿਹੜਾ ਹੈ, हुँ, ਭਗਤ ਸਿੰਘ ਨੇ ਤੋਤਾ ਹੀ ਫੜਿਆ ਸੀ ਕਿ ਵੀ ਇਹਦੇ तोता ਚਾਰ फड़िया सी। ਚਾਰ ਪਿਲਰ ਨੇ ਜਿਨ੍ਹਾਂ ਦੇ ਉੱਤੇ हुँ, ਸਾਮਰਾਜਵਾਦ ਸਾਡੇ ਤੇ ਰਾਜ ਕਰ ਰਿਹਾ ਔਰ ਸਾਨੂੰ ਗਰੀਬੀ ਚ ਧੱਕ ਰਿਹਾ ਹੈ, ਨਾ ਬਰਾਬਰੀ ਚ ਧੱਕ ਰਿਹਾ ਹੈ। हुँ, ਉਹਨਾਂ ਕਿਹਾ ਇਹ ਚਾਰੇ जी, ਚਾਰੇ ਥੰਮ ਜਿਹੜੇ ਨੇ ਮੈਂ ਡੇਗ ਦਿਆਂਗਾ। ਪੁਲਿਸ ਦਾ ਥੰਮ, हुँ, ਮਤਲਬ ਪਾਰਲੀਮੈਂਟ ਦਾ ਥੰਮ, ਜੇਲ੍ਹਾਂ ਦਾ ਥੰਮ, हुँ, ਔਰ ਉਸ ਤੋਂ ਬਾਅਦ हुँ, ਜਿਹੜਾ ਇਨਸਾਫ ਦਾ ਡਰਾਮਾ ਹੈ, ਉਹਨਾਂ ਨੇ ਉਹ ਸਾਰੇ ਜਿਹੜੇ ਨੇ हुँ, ਉਹਨਾਂ ਨੂੰ ਐਕਸਪੋਜ਼ ਕਰਤਾ। ਔਰ ਮੈਂ ਕਿਹਾ ਜਦੋਂ ਉਹਨਾਂ ਨੇ ਮੇਰੀ ਮਦਰ ਨੂੰ ਇਹ ਕਿਹਾ ਕਿ ਵੀ हुँ, ਬੀਬਾ ਜੀ, ਮੈਂ ਬੀਬੀ ਕਹਿੰਦੇ ਹੁੰਦੇ हुँ, ਸੀ, ਕਹਿੰਦੇ ਬੀਬੀ ਇਹ हुँ, हुँ, 15 ਸਾਲ ਤੋਂ ਵੱਧ ਹੁਣ ਅੰਗਰੇਜ਼ ਨਹੀਂ ਰਹਿ ਸਕਦਾ ਇੱਥੇ। ਤੇ ਮੈਂ ਕਿਹਾ हुँ, ਉਹ ਇਤਿਹਾਸ ਬੋਲ ਰਿਹਾ ਸੀ। ਔਰ ਉਹਨਾਂ ਨੇ ਕਿਹਾ ਕਿ ਉਹਦੇ ਤੋਂ ਬਾਅਦ, बिल्कुल। ਕਿਉਂਕਿ ਅਸੀਂ ਤਿਆਰੀ ਨਹੀਂ ਕੀਤੀ, ਉਹਨੂੰ ਬਦਲਣ ਦੀ ਤਿਆਰੀ ਨਹੀਂ ਹੋਈ ਸਾਡੇ ਕੋਲ, ਇਸ ਕਰਕੇ 20 ਸਾਲ ਜਿਹੜਾ हुँ, ਹੈ ਉਹ ਕਿਓਸ ਰਹੇਗਾ। ਮੈਨੂੰ ਵੀ ਲੋਕ ਭੁੱਲ ਜਾਣਗੇ, ਪਰ 20 ਸਾਲਾਂ ਬਾਅਦ ਮੇਰਾ ਯਾਦ ਆਏਗੀ। ਉਹ ਤੁਹਾਨੂੰ ਪਤਾ 67 ਵਿੱਚ ਅਸੀਂ जी, ਦੁਬਾਰਾ ਮਤਲਬ ਇੱਕ ਨਵਾਂ, ਤੋਂ ਇਹ ਇਸ ਕਰਕੇ ਅੱਜ ਬਹੁਤ ਹੀ ਮਤਲਬ ਇਹ ਹੈ ਕਿ ਪਾਸ਼ ਨੇ ਭਗਤ ਸਿੰਘ ਨੂੰ ਸਮਝਿਆ, ਔਰ हुँ, ਉਹਨੇ ਉਸ ਵਿਚਾਰ ਨੂੰ ਹੋਰ ਅੱਗੇ ਵਧਾਇਆ ਔਰ ਲੋਕਾਂ ਵਿੱਚ ਇੱਕ ਕਵਿਤਾ ਦੇ ਰਾਹੀਂ ਗਿਆ, ਔਰ ਉਸੇ ਵਿਚਾਰ हुँ, ਤੇ ਪਹਿਰਾ ਦੇ ਕੇ ਇੱਕ ਵੱਖਰਾ ਸਮਾਜ हुँ, ਸਿਰਜਣ ਦਾ ਕੰਮ ਜਿਹੜਾ ਹੈ ਉਹ ਸ਼ੰਕਰ ਗੁਹਾ ਨਿਯੋਗੀ हुँ। ਨੇ ਮਤਲਬ ਛੱਤੀਸਗੜ੍ਹ 'ਚ ਜੀ, ਕੀਤਾ। ਮੈਂ ਉਹਨਾਂ ਤੇ ਹੀ ਸਵਾਲ ਕਰਨ ਵਾਲੀ ਸਾਂ ਕਿ ਸ਼ੰਕਰ ਗੁਹਾ ਨਿਯੋਗੀ ਜਿਨ੍ਹਾਂ ਨੂੰ 28 ਸਤੰਬਰ 1991 ਨੂੰ ਉੱਥੋਂ ਦੇ ਜੋ ਮਾਫੀਆ ਸਨ, ਜਿਨ੍ਹਾਂ ਨੂੰ ਸ਼ੰਕਰ ਗੁਹਾ ਨਿਯੋਗੀ ਵਾਰਾ ਨਹੀਂ ਸੀ ਖਾਂਦੇ ਕਿਉਂਕਿ ਉਹ ਲੋਕ ਪੱਖੀ ਸਨ, ਉਹਨਾਂ ਨੇ ਮਰਵਾ ਦਿੱਤਾ ਸੀ। ਤੇ ਉਹ ਹੂੰ, ਭਗਤ ਸਿੰਘ ਦੇ ਬਹੁਤ ਵੱਡੇ ਉਪਾਸ਼ਕ ਸਨ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਲੈ ਕੇ ਕੰਮ ਕਰ ਰਹੇ ਸਨ ਅੱਗੇ। ਉਹਨਾਂ ਨੇ ਜਿਹੜੇ ਮਜ਼ਦੂਰ ਉੱਥੇ ਮਾਰੇ ਗਏ ਸਨ ਛੱਤੀਸਗੜ੍ਹ ਵਿੱਚ, ਸ਼ਹੀਦ ਕਰ ਦਿੱਤੇ ਗਏ ਸਨ, ਉਹਨਾਂ ਦੀ ਯਾਦ ਵਿੱਚ ਹਸਪਤਾਲ ਬਣਾਏ ਸੀ। ਇੱਕ ਤਰ੍ਹਾਂ ਉਹਨਾਂ ਨੇ ਮਜ਼ਦੂਰ ਵਰਗ ਨੂੰ ਇੰਨਾ ਸੁਚੇਤ ਕਰ ਲਿਆ ਸੀ ਕਿ ਉਹ ਸ਼ਰਾਬ ਪੀਣੋਂ ਹਟ ਗਏ ਸਨ, ਆਪਣਾ ਘਰ ਸਾਂਭਣ ਲੱਗ ਗਏ ਸਨ। ਉਹਨਾਂ ਲਈ ਹਸਪਤਾਲ ਬਣਾਇਆ ਗਿਆ, ਉਹਨਾਂ ਲਈ ਸਿੱਖਿਆ ਦੇ ਪ੍ਰਬੰਧ ਕੀਤੇ ਗਏ ਉਹਨਾਂ ਦੇ ਬੱਚਿਆਂ ਲਈ। ਤੇ ਸ਼ੰਕਰ ਗੁਹਾ ਨਿਯੋਗੀ ਵਰਗੇ ਹੋਰ ਸਾਡੇ ਮੁਲਕ 'ਚ ਕਿਉਂ ਨਹੀਂ ਪੈਦਾ ਹੋ ਸਕੇ ਭਗਤ ਸਿੰਘ ਦੇ ਅਸਲ ਵਾਰਸ? ਨਹੀਂ ਇਹ ਤੇ ਮੈਂ ਮਤਲਬ ਫਿਰ ਤੁਹਾਡੇ ਨਾਲ ਇਹਦੇ ਤੇ ਮੈਂ ਬਹੁਤਾ ਇਤਫਾਕ ਨਹੀਂ ਰੱਖਾਂਗਾ। ਲੋਕ ਲੜ ਰਹੇ ਨੇ ਨਹੀਂ, ਅੱਜ ਵੀ ਭਗਤ ਸਿੰਘ ਦੇ, ਲੜ ਭਗਤ ਰਹੇ ਸਿੰਘ ਨੇ ਜੀ, ਦੇ ਬਿਲਕੁਲ। ਪਰ ਸ਼ੰਕਰ ਨਹੀਂ ਗੁਹਾ ਨਹੀਂ ਭਗਤ ਨਿਯੋਗੀ ਸਿੰਘ ਹੋਰਾਂ ਵਰਗਾ ਦੇਖੋ, ਮਤਲਬ ਕਿ ਉਸ ਤਰ੍ਹਾਂ ਦੀ ਜਿਹੜੀ ਉਹਨੂੰ ਸ਼ਿੱਦਤ ਸੀ ਉਹਨਾਂ ਦੀ। ਨਹੀਂ, ਉਹਨੂੰ ਜਿਹੜਾ ਮੌਕਾ ਮਿਲਿਆ ਔਰ ਜਿਹਨੂੰ ਮੌਕੇ ਨੂੰ ਉਹਨੇ ਭਗਤ ਸਿੰਘ ਨੂੰ ਸਮਝਦੇ ਹੋਏ ਕੀਤਾ, ਉਹ ਖਾਣ ਉੱਥੇ ਮਤਲਬ ਮਾਈਨਿੰਗ ਦਾ ਸੀ, ਕਿਉਂਕਿ ਭਲਾਈ ਦੇ ਨਾਲ ਜੀ ਹਾਂ, ਮਾਈਨਿੰਗ ਮਤਲਬ ਦਾ ਸੀ। ਹੂੰ, ਮਾਈਨਿੰਗ ਦਾ ਸੀ। ਔਰ ਉਹਨੇ ਇੱਕ ਹੂੰ, ਪੈਰਲਲ ਮਾਡਲ ਖੜਾ ਕੀਤਾ, ਮਤਲਬ ਜਿਹੜਾ ਸਾਨੂੰ ਹੁਣ ਬਿਲकुल। ਸਮਝਣ ਦੀ ਲੋੜ ਹੈ ਸ਼ੰਕਰ ਨਿਯੋਗੀ ਤੋਂ। ਉਹਨੇ ਕਿਹਾ ਕਿ ਜਿਹੜਾ ਤੁਹਾਡਾ ਹੂੰ, ਮਸ਼ੀਨਾਂ ਨਾਲ ਤੁਸੀਂ ਪੁੱਟਣਾ ਚਾਹੁੰਦੇ ਹੋ, ਮੇਰੇ ਮਾਈਨਰ ਹੂੰ, ਜਿਹੜੇ ਨੇ ਉਹ ਉਦੋਂ ਵਧੀਆ ਤੁਹਾਨੂੰ ਮਤਲਬ ਜਿਹੜੀ ਹੈਗੀ ਆ ਧਾਤਾਂ ਕੱਢ ਕੇ ਦੇ ਸਕਦੇ ਨੇ, ਕਿਉਂਕਿ ਉਹਨਾਂ ਦੀ ਹਜ਼ਾਰਾਂ ਹੂੰ। ਸਾਲਾਂ ਦੀ ਸਮਝਦਾਰੀ ਹੈ। ਉਹ ਉੱਥੇ ਹੀ ਸੱਟ ਮਾਰਦੇ हाँ, ਨੇ फोक ਜਿੱਥੇ विज़डम। ਵਧੀਆ ਚੀਜ਼ ਨਿਕਲੇਗੀ। हाँ, ਤੁਹਾਡੀ ਮਸ਼ੀਨ ਅੰਨ੍ਹੇਵਾਹ जी, ਚੱਲੇਗੀ। जी। ਔਰ ਉਹਨੇ ਫਿਰ ਇਹ हाँ। ਲੜਾਈ ਜਿਹੜੀ ਹੈ ਜਿੱਤੀ। ਉਹ ਇੱਕ ਪੂਰਾ ਮਤਲਬ हुँ, ਮਾਈਨਿੰਗ ਦਾ ਏਰੀਆ ਜਿਹੜਾ ਹੈ ਉਹ ਮਜ਼ਦੂਰਾਂ ਦੀ हुँ, ਕੋਆਪਰੇਟਿਵ ਨੂੰ ਮਿਲਿਆ, ਔਰ ਉਹਨਾਂ ਨੇ ਕਰਕੇ हुँ, ਦਿਖਾਇਆ ਉਹਨਾਂ ਨੂੰ।
ਇਸੇ ਤਰ੍ਹਾਂ ਹੀ ਜਦੋਂ ਜੀ, ਉਹਨਾਂ ਜੀ। ਨੇ ਹਸਪਤਾਲ ਬਣਾਇਆ ਤੇ ਮੇਰੇ ਮਦਰ ਨੂੰ ਬੁਲਾਇਆ ਸੀ, ਉਹ ਜਾ ਨਹੀਂ ਸਕੇ ਲੇਕਿਨ ਉਹਨਾਂ ਨੇ ਜੀ, ਜੀ। ਸੁਨੇਹਾ ਭੇਜਿਆ, ਤੇ ਮੈਂ ਉਹ ਤੋਂ ਬਾਅਦ ਉੱਥੇ हुँ। ਕਈ ਦਿਨ ਜਾ ਕੇ ਰਿਹਾ ਉਹਨਾਂ ਕੋਲ, ਇਹ ਸਮਝਣ ਲਈ ਕਿ ਕਰ जी, ਕੀ जी। ਰਹੇ ਨੇ। ਔਰ ਉਹਨੇ हुँ, ਕਿਹਾ हुँ। ਕਿ ਵੀ ਆਪਾਂ ਐਂਬੂਲੈਂਸ ਦਾ ਖਰਚਾ ਕਿਵੇਂ ਕੱਢਣਾ ਹੈ। ਮਤਲਬ ਇੱਕ ਸਰਕਾਰੀ हुँ, ਐਂਬੂਲੈਂਸ ਹੈ, ਇੱਕ ਸਾਡੇ ਹਸਪਤਾਲ हुँ, ਦੀ ਐਂਬੂਲੈਂਸ ਹੈ, ਉਹਦੇ ਤੇ ਬਕਾਇਦਾ ਪਬਲਿਕ हुँ, ਵਿੱਚ ਉਹਨਾਂ ਨੇ ਉਹਦਾ ਸਾਰਾ ਜਿਹੜਾ ਹਿਸਾਬ ਕਿਤਾਬ ਕਰਕੇ ਕਿਹਾ ਕਿ ਵੀ ਆਪਾਂ ਨੂੰ ਇਹ 1 ਰੁਪਈਆ ਪਰ ਕਿਲੋਮੀਟਰ ਪੈਂਦੀ ਹੈ। ਸਰਕਾਰੀ जी। ਸਰਕਾਰੀ ਜਿਹੜੀ ਸੀਗੀ ਉਹ 5 ਰੁਪਏ ਕਿਲੋਮੀਟਰ ਲੈ ਰਹੇ ਸੀ। ਤਾਂ ਉਹ ਜਿਹੜਾ ਹੈ ਨਾ ਕਿ हुँ, हुँ, ਤੁਸੀਂ ਇੱਕ ਸੰਵਾਦ ਰਚਾਉਂਦੇ ਹੋ ਜਿਹਦੇ ਵਿੱਚ हुँ, ਆਮ ਲੋਕਾਂ ਨੂੰ, ਔਰ ਉੱਥੇ ਉਹਨੇ ਆਪਣਾ ਜਿਹੜੀ ਬਗੀਚਾ ਬਣਾਇਆ ਹੋਇਆ ਸੀ, ਉਹਦੇ ਚੋਂ ਸਾਰੇ ਬੂਟੇ हुँ, ਇਕੱਠੇ ਕੀਤੇ ਸੀ ਜਿਹੜੇ ਸਾਡੀ ਸਾਡੀ ਸਿਹਤ ਨਾਲ, ਸਾਡੇ ਜੀਵਨ ਨਾਲ ਜੁੜੇ ਹੋਏ ਨੇ। हुँ, ਤਾਂ हुँ, ਉਹਦਾ हुँ, ਜਿਹੜਾ ਨਾਅਰਾ ਬਹੁਤ ਵਧੀਆ ਸੀ, ਜਿਹੜਾ ਅੱਜ ਵੀ ਸਾਨੂੰ ਚਾਹੀਦਾ ਹੈ ਕਿ ਸੰਗਰਾਮ ਤੇ हुँ। ਨਿਰਮਾਣ, ਕਿ ਤੁਸੀਂ संग्राम ਜਦੋਂ ते ਲੜ ਰਹੇ निर्माण, ਹੋ बिल्कुल। ਉਹਦੇ ਨਾਲ ਇੱਕ हुँ, ਪੈਰਲਲ ਨਿਰਮਾਣ ਵੀ ਕਰਨਾ ਹੈ। ਅੱਜ ਨੌਜਵਾਨਾਂ ਨੂੰ ਸਿੱਖਣ ਦੀ हुँ। ਲੋੜ ਹੈ। ਬਹੁਤ ਥਾਈਂ ਕਰ ਰਹੇ ਨੇ, जी, ਹਾਲਾਂਕਿ ਉਹਦੇ ਤੋਂ ਬਾਅਦ ਮਤਲਬ ਇਹ ਸੁਧਾ ਭਾਰਦਵਾਜ ਵੀ ਉਹਨਾਂ ਦੇ ਨਾਲ ਸੀ, ਡਾਕਟਰ जी। ਮਤਲਬ ਰਾਏ ਸੀਗੇ ਜਿਹੜੇ ਬੱਚਿਆਂ ਦਾ ਸਕੂਲ ਕਾਲਜ ਚਲਾਉਂਦੇ ਸੀ, ਹਸਪੀਟਲ। ਤਾਂ ਉਹ ਜਿਹੜੇ हुँ, ਅੱਜ हुँ, ਪਬਲਿਕ ਅਦਾਰੇ ਦੀ ਥਾਂ ਲੋਕਾਂ ਦੇ ਅਦਾਰੇ ਜਿਹੜੇ ਨੇ ਉਹਨਾਂ ਨੂੰ ਖੜੇ ਕਰਨ ਦੀ ਵੀ हुँ, ਲੋੜ ਹੈ, ਜਿਹੜੀ ਸ਼ੰਕਰ ਗੁਆ ਨਿਯੋਗੀ ਤੋਂ ਸਾਨੂੰ ਸਿੱਖਣ ਦੀ ਲੋੜ ਹੈ ਕਿ ਭਗਤ ਸਿੰਘ ਦਾ हुँ, ਅੱਜ ਵਿੱਚ ਹੋਣ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਆਪਣੇ ਅਦਾਰੇ ਜਿਹੜੇ ਲੋਕਾਂ ਦੀ ਸੇਵਾ हुँ, ਕੇਂਦਰਿਤ ਹੋਣ, ਲੋਕਾਂ ਦੀ ਸੇਵਾ ਵਿੱਚ ਹੋਣ। ਕਿਉਂਕਿ ਹੁਣ ਜਿਹੜੀ ਹੈ ਕਿ हुँ। ਸਰਕਾਰ ਲੋਕਾਂ ਦਾ ਹਿੱਤ ਛੱਡ ਚੁੱਕੀ ਹੈ। ਸਰਕਾਰ ਜਿਹੜੀ बिल्कुल ਹੈ छड़ ਉਹ चुकी है जी। ਪੂੰਜੀਪਤੀਆਂ ਦੇ ਹਿੱਤ 'ਚ ਜਾ ਚੁੱਕੀ ਹੈ, ਲੇਕਿਨ ਉਹਦੇ ਨਾਲ हुँ, ਸਿਰਫ ਅੜੀ ਕਰਨਾ। ਮੈਂ ਕਿਹਾ ਸਾਡੀ ਪੰਜਾਬੀਆਂ ਦੀ ਇੱਕ हुँ, ਪ੍ਰੋਬਲਮ ਹੈ ਕਿ ਅਸੀਂ ਲੋਹ ਅੜੀ ਜਿਹੜੀ ਹੈ ਨਾ, ਲੋਹੇ ਨਾਲ ਅੜੀ ਕਰਨ ਤੋਂ हुँ। ਲੋਹੜੀ ਮਨਾਉਂਦੇ ਰਹੇ ਹਾਂ। ਲੇਕਿਨ ਗੁਰੂ ਗੋਬਿੰਦ ਸਿੰਘ जी, ਨੇ जी। ਕਿਹਾ ਸੀ ਵੀ ਇਹ 6ਵਾਂ ਵਕਾਰ ਹੈ, ਅੜੀ। ਮਤਲਬ ਅੱਜ ਸਾਨੂੰ ਨਿਰਮਾਣ हुँ, ਦੇ ਵਿੱਚ ਜਾਣ ਦੀ ਲੋੜ ਹੈ ਕਿ ਜਿੱਥੇ ਵੀ ਕਿਤੇ, ਜਿੱਦਾਂ ਮੈਂ ਕਹਿੰਦਾ बिल्कुल। ਹੁਣ ਪਿੰਡਾਂ 'ਚ ਬੱਚਿਆਂ, ਮਤਲਬ ਜਿਹੜੇ ਸਾਡੇ ਵਿਦਿਆਰਥੀ ਨੇ ਉਹਨਾਂ ਨੂੰ ਪਿੰਡਾਂ 'ਚ ਭੇਜਤਾ। जी। ਮੈਂ ਕਿਹਾ ਤੁਸੀਂ ਪਿੰਡਾਂ ਵਿੱਚ हुँ, ਜਿਹੜੇ ਬੱਚਿਆਂ ਨੂੰ ਅੱਜ ਮੌਕਾ ਨਹੀਂ ਮਿਲ ਰਿਹਾ, ਤੁਸੀਂ ਉਹਨਾਂ ਨੂੰ ਉਤਸ਼ਾਹਿਤ ਹੀ हुँ। ਕਰਦੇ ਹੋ। जी, ਮਤਲਬ जी। ਟਿਊਸ਼ਨ ਨਹੀਂ ਪੜਾਉਣ ਦੀ ਲੋੜ ਹੁੰਦੀ, ਉਤਸ਼ਾਹ ਕਰਨ ਦੀ ਲੋੜ ਹੁੰਦੀ ਹੈ ਪ੍ਰੋਫੈਸਰ ਸਾਹਿਬ ਬੱਚਿਆਂ ਜਿਹੜਾ 'ਚ ਕੁਝ। ਨਿਰਮਾਣ ਹੈ ਨਾ, ਇਹ ਨਿਰਮਾਣ ਸ਼ਬਦ ਦਾ ਖੁਲਾਸਾ ਹੋਰ ਵਿਸਥਾਰ ਚ ਕਰਿਓ, ਜੋ ਨਿਯੋਗੀ ਹੋਰਾਂ ਨੇ ਜਿਹੜਾ ਢੰਗ ਅਪਣਾਇਆ ਸੀ ਕਿ ਨੌਜਵਾਨ ਜੇ ਜੀ ਸੰਗਰਾਮ ਕਰਨਗੇ ਤੇ ਨਾਲੋਂ ਨਾਲ ਇੱਕ ਸਿਸਟਮ ਵੀ ਉਸਾਰਨਗੇ ਜੋ ਸਾਮਰਾਜ ਦੇ ਪੈਰਲਲ ਹੋਏਗਾ ਪਰ ਲੋਕ ਪੱਖੀ ਹੋਏਗਾ। ਇਹ ਥੋੜਾ ਜਿਹਾ ਹੋਰ ਬਿਲਕੁਲ। ਇਹਨੂੰ ਵਿਸਥਾਰ ਚ ਦੱਸ ਦਿਓ। ਮੈਂ ਤੁਹਾਨੂੰ ਪਹਿਲਾਂ ਤਾਂ ਇਹ ਕਿ ਜਿਹੜੀ ਸਾਡੀ ਅੰਗਰੇਜ਼ ਰਾਜ ਦੇ ਖਿਲਾਫ ਪੂਰੀ ਜੰਗ ਹੈ, ਜੀ, ਉਹ ਵੀ ਨਿਰਮਾਣ ਦੀ ਜੰਗ ਹੈ ਨਾਲ। ਕਿਉਂਕਿ ਜਦੋਂ ਭਗਤ ਜੀ, ਸਿੰਘ ਜੀ, ਸਮਾਜਵਾਦ ਦਾ ਸ਼ਬਦ ਲਿਆਉਂਦੇ ਨੇ, ਭਾਈਚਾਰੇ ਦੀ ਗੱਲ ਕਰਦੇ ਨੇ, ਤੇ ਉਹ ਕਹਿੰਦੇ ਨੇ ਵੀ ਜੀ। ਜਿਹੜੀ ਬਿਮਾਰੀ ਦਾ ਇਲਾਜ ਹੂੰ, ਕਰੀਏ, ਬਿਮਾਰੀ ਕੌਣ ਕਰ ਰਿਹਾ ਹੈ, ਹੂੰ, ਉਹ ਆਪਣੇ ਆਪ ਹਟ ਜਾਏਗਾ। ਹੂੰ। ਬਿਮਾਰੀ ਇਹ ਹੈ ਸਾਡੀ ਕਿ ਜੀ ਅਸੀਂ ਨਾ ਬਿल्कुल। ਬਰਾਬਰਤਾ ਇੰਨੀ ਜ਼ਿਆਦਾ ਹੈ, ਜਿਹੜੇ ਭਗਤ ਸਿੰਘ ਉਹਨਾਂ ਨੇ ਹੂੰ, ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ 'ਚ ਵੀ ਕਹੀ ਕਿ ਅੱਜ ਨਾ ਬਰਾਬਰੀ ਜਿਹੜੀ ਹੂੰ, ਹੈ ਉਹ ਇੰਨੀ ਹੂੰ। ਜ਼ਿਆਦਾ ਹੈਗੀ ਹੈ ਕਿ 1% ਲੋਕ ਜਿਹੜੇ ਨੇ ਉਹ ਸਾਰਾ ਧਨ ਇਕੱਠਾ ਹੋ ਰਿਹਾ, 99% ਜਿਹੜੇ ਨੇ बिल्कुल। ਉਹ ਮਤਲਬ ਉਹਨਾਂ ਕੋਲ ਵਸੀਲੇ ਖੁੱਤੇ ਜਾ ਰਹੇ ਨੇ। ਤੇ ਉਹ ਨਾ ਬਰਾਬਰੀ ਦਾ ਇਲਾਜ, हम्म। ਉਹ ਕਹਿੰਦੇ ਰਾਮ ਰਾਜ ਨਹੀਂ ਹੈ, ਕਿਉਂਕਿ ਗਾਂਧੀ ਵੀ ਇਹ हम्म। ਕਨਫਿਊਜ਼ਨ ਕ੍ਰੀਏਟ ਕਰ ਦਿੰਦੇ। ਉਹ ਕਹਿੰਦੇ ਰਾਮ ਰਾਜ ਤੇ ਮੋਮ हम्म। ਦਾ ਨੱਕ ਹੈ, ਤੁਸੀਂ ਉਹਨੂੰ ਜਿੱਦਾਂ ਮਰਜ਼ੀ ਮੋੜ ਲਓ, ਜਿੱਦਾਂ ਜਿਹਦਾ ਜੀ ਕਰਦਾ ਉਹਦਾ ਗੱਲ बिल्कुल ਕਰ ਲੇਗਾ, ਕਿਉਂਕਿ ਉਹਦਾ ਕੋਈ जिवें हुण मोड़िया जा ਲੇਕਿਨ रहा है। ਹਾਂਜੀ, ਲੇਕਿਨ ਇੱਕ हम्म। ਵਾਸਤਵਿਕਤਾ ਹੈ ਜਿਹਦਾ ਨਾਂ ਹੈ हम्म। ਸਮਾਜਵਾਦ, ਕਿ ਸਾਰੇ जी। ਸਰੋਤ ਜਿਹੜੇ ਨੇ ਉਹ ਸਾਰਿਆਂ ਦੇ ਹਿੱਤ ਵਿੱਚ ਵਰਤੇ ਜਾਣ। ਤੋ ਲੋਕ ਪੱਖੀ हम्म। ਹੋਣ ਦਾ ਮਤਲਬ ਲੋਕਾਂ ਦਾ ਕੇਂਦਰ ਹੈ। ਇਸੇ ਕਰਕੇ ਭਗਤ ਸਿੰਘ ਉਹਨਾਂ ਨੇ ਕਿਹਾ हम्म। ਸੀਗਾ ਕਿ ਮੈਨੂੰ ਹਰ ਚੀਜ਼ ਜਿਹੜੀ ਇਨਸਾਨ ਨੂੰ ਤੇ ਪ੍ਰਭਾਵੀ ਹੈ, ਉਹ ਮੈਨੂੰ ਪ੍ਰਭਾਵ हम्म। ਕਰਦੀ ਹੈ। ਮੇਰੇ ਤੇ ਹਰ ਚੀਜ਼ ਉਸ ਦਾ बिल्कुल। ਪ੍ਰਭਾਵ ਹੈ ਜਿਹੜੀ ਇਨਸਾਨ ਨੂੰ ਪ੍ਰਭਾਵ ਕਰਦੀ। ਤੋ ਇਸ ਕਰਕੇ ਇਹ हम्म। ਜਿਹੜਾ ਨਿਰਮਾਣ ਦਾ ਹੈ, ਮੈਂ ਉਹਨੂੰ ਕਹਿੰਦਾ ਹੁੰਦਾ ਕਿ ਡੀਕੋਲੋਨਾਈਜੇਸ਼ਨ, ਬਸਤੀਵਾਦ ਨੂੰ हम्म। ਖਤਮ ਕਰਨ ਲਈ ਆਜ਼ਾਦੀ ਦੀ ਲੜਾਈ खत्म ਸਿਰਫ करने। ਅਸੀਂ ਲੜਾਈ ਨਹੀਂ, ਉਹਦੇ ਬਰਾਬਰ ਖੜੇ ਕੀਤੇ। ਭਗਤ ਸਿੰਘ ਉਸੇ ਦਾ हम्म। ਪੈਦਾਵਾਰ ਹੈ ਕਿ ਜਦੋਂ ਨੈਸ਼ਨਲ हम्म। ਕਾਲਜ ਆਇਆ ਤੇ ਭਗਤ ਸਿੰਘ ਦੀ ਚੇਤਨਤਾ ਵਿੱਚ ਉਹਨੇ ਬਹੁਤ ਵੱਡਾ ਹਿੱਸਾ ਪਾਇਆ। ਮਤਲਬ जी। ਉਹਦੇ ਉਸੇ ਵੇਲੇ ਹੀ ਸਾਡੇ ਜਿਹੜੀ ਬਕਾਇਦਾ ਖੇਤੀ ਦਾ ਵੀ ਮਾਡਲ ਵੱਖਰਾ ਬਣਿਆ, ਮਤਲਬ ਵਿਦਿਆ ਦਾ ਮਾਡਲ हम्म। ਵੱਖਰਾ ਬਣਿਆ। ਈਵਨ ਇਹ ਹੈ ਕਿ ਵੀ हम्म। ਪਿੰਡਾਂ ਨੂੰ ਬਚਾਉਣਾ ਕਿਵੇਂ ਹੈ, ਪਿੰਡਾਂ ਦੀ ਦਸਤਕਾਰੀ हम्म। ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਉਹਦਾ ਮਾਡਲ ਬਣਿਆ, ਜਿਹੜਾ ਕਿ ਅੰਗਰੇਜ਼ ਨਹੀਂ ਸੀ हम्म। ਕਰਨ ਦੇਣਾ ਚਾਹੁੰਦਾ। ਤੋ ਇਸ ਕਰਕੇ ਅੱਜ हम्म। ਵੀ ਮਤਲਬ ਇਹ ਜਿਹੜੇ ਸਾਰੇ ਨੂੰ ਜਦੋਂ ਅਸੀਂ ਉਹਦੇ ਨਾਲ ਮਤਲਬ ਟਕਰਾਅ ਵੀ ਕਰਾਂਗੇ, ਉਹਦਾ ਮੁਕਾਬਲਾ ਵੀ ਕਰਾਂਗੇ, हम्म। ਲੇਕਿਨ ਆਪਣਾ ਬਦਲ ਵੀ ਪੈਦਾ हम्म। ਕਰਾਂਗੇ। ਅੱਜ ਜਿਹੜਾ ਗ੍ਰੀਨ सानू बदल पैदा ਰੈਵੋਲੂਸ਼ਨ, करने की लोड़ है। ਹਾਂਜੀ ਗ੍ਰੀਨ ਰੈਵੋਲੂਸ਼ਨ ਆਇਆ, ਉਹਨੇ ਸਾਡਾ ਅੱਜ हम्म। ਨਸ਼ਿਆਂ 'ਚ ਕਿਉਂ ਨੇ ਬੱਚੇ? ਕਿਉਂਕਿ ਉਹਨੇ ਸਾਡੀ जी। ਇੱਕ ਬਹੁਤ ਹੀ ਜਿੰਕ ਜਿਹੜਾ ਸੀ, ਅੱਜ ਕੱਲ੍ਹ ਜਿੰਕ ਦੀ ਬੜੀ ਗੱਲ ਹੁੰਦੀ ਹੈ, ਕਿਉਂਕਿ ਕਰੋਨਾ ਨਾਲ ਲੜਨ हम्म। ਲਈ ਤੁਹਾਨੂੰ ਜਿੰਕ ਚਾਹੀਦਾ।
ਤੇ ਜਿੰਕ ਸਾਡੀ ਕਣਕ ਵਿੱਚ ਸੀ। ਜੀ, ਜੀ। ਕਣਕ 'ਚ ਅਸੀਂ ਮਾਰ ਲਿਆ ਜਿੰਕ। ਹਾਂ, ਕਣਕ ਅੱਜ ਜ਼ਿੰਕ ਹਾਂਜੀ। ਰਹਿਤ ਹੈ, ਇਸੇ ਕਰਕੇ ਲੋਕੀ ਆਪਣੀ ਕਣਕ ਖਾਣੀ ਪਸੰਦ ਨਹੀਂ ਕਰਦੇ, ਉਹ ਬਾਹਰੋਂ ਮੰਗਵਾ ਕੇ ਖਾਣਾ ਹੂੰ, ਤੇ ਮੈਂ ਜਦੋਂ ਮੇਰੇ ਕੋਲ ਕੁੜੀਆਂ ਮੱਧ ਮੈਂ ਪ੍ਰਦੇਸ਼। ਪੜ੍ਹਨ ਵਾਸਤੇ ਰਿਕਵਰ ਕੀਤੀਆਂ ਤੇ ਉਹਨਾਂ ਨੂੰ ਮੈਂ ਕਿਹਾ ਵੀ ਤੁਹਾਡੇ ਲਈ ਨਾ ਇੱਕ ਹੂੰ, ਮੇਰਾ ਤੋਹਫਾ ਹੈ ਕਿ ਗੁੜ ਤੇ ਮਤਲਬ ਕਾਲੇ ਚਨਿਆਂ ਦਾ ਭੁੱਜੇ ਹੋਏ ਚਨੇ ਰੱਖਤੇ ਨੇ, ਜਦੋਂ ਭੁੱਖ ਲੱਗੇ ਖਾ ਲਓ, ਹੂੰ, ਇਹ ਤੁਹਾਡੀ ਸਾਰੀ ਜੀ, ਖੁਰਾਕ ਪੂਰੀ ਕਰੂਗੀ, ਉਹ ਜ਼ਿੰਕ ਪੂਰਾ ਕਰੂਗੀ। ਤੋ ਇਸ ਜ਼ਿੰਕ ਕਰਕੇ ਜਿਹੜਾ ਹਾਂਜੀ, ਨਿਰਮਾਣ ਬਿਲਕੁਲ। ਹੈ ਉਹਨੂੰ ਜਿੰਨਾ ਚਿਰ ਅਸੀਂ ਨਹੀਂ ਕਰਦੇ ਉਹ ਤੇ ਢਾਹ ਲਾਈ ਜਾਣਗੇ। ਹੂੰ, ਅਸੀਂ ਲੜਦੇ ਰਵਾਂਗੇ, ਉਹ ਜੀ, ਹੇਠੋਂ ਮਿੱਟੀ ਕੱਢੀ ਜਾਣਗੇ। ਔਰ ਇੱਕ ਬੜੀ ਪੁਰਾਣੀ ਹੂੰ, ਕਹਾਵਤ ਮੈਨੂੰ ਹਮੇਸ਼ਾ ਆਪਣੇ ਦਾਦਾ ਜੀ ਨੇ ਸੁਣਾਈ, ਉਹਨਾਂ ਨੇ ਕਹਿੰਦੇ ਜੀ ਵੀ ਹੂੰ, ਇੱਕ ਬੌਲਦ ਦੀ ਤੇ ਸ਼ੇਰ ਦੀ ਟੱਕਰ ਹੋ ਗਈ। ਉਦੋਂ ਨਹੀਂ ਮੈਨੂੰ ਸਮਝ ਲੱਗੀ ਹੂੰ, ਕਿ ਬੌਲਦ ਕਾ ਰਿਪਰੈਜ਼ੈਂਟੇਟਿਵ ਹੈ, ਮਤਲਬ ਸ਼ੇਰ ਕਾਹਦਾ ਹੂੰ, ਰਿਪਰੈਜ਼ੈਂਟੇਟਿਵ ਹੈ, ਪਰ ਟੱਕਰ ਹੋ ਗਈ। ਹੂੰ, ਕਹਿੰਦੇ ਹੂੰ, ਜੀ ਜਿਹੜਾ ਗਿੱਦੜ ਸੀਗਾ ਉਹ ਰੈਫਰੀ ਬਣ ਗਿਆ ਹੂੰ, ਤੇ ਗਿੱਦੜ ਅੱਛਾ, ਮਤਲਬ ਬੌਲ ਵਾਲੇ ਬੰਨੇ ਤੇ ਪਿਸ਼ਾਬ ਕਰੇ, ਤਿਲਕਣ ਪੈਦਾ ਕਰੇ, ਤੇ ਜਿਹੜਾ ਹੂੰ, ਸ਼ੇਰ ਸੀ ਉਹਦੇ ਵੱਲ ਖੁੱਡੇ ਪੈਦਾ ਕਰੇ। ਮੈਂ ਕਿਹਾ ਬਾਬਾ ਜੀ ਇਹ ਕਿਉਂ? ਕਹਿੰਦਾ ਵੀ ਮਤਲਬ ਹੂੰ, ਜਿਹੜਾ ਬੌਲਦ ਹੈ ਉਹ ਕਿਸਾਨੀ ਦਾ ਪੈਦਾਵਾਰ ਦਾ ਪ੍ਰਤੀਕ ਹੈ ਤੇ ਹੂੰ, ਸ਼ੇਰ ਜਿਹੜਾ ਹੈਗਾ, ਜਿਹੜਾ ਪੈਦਾਵਾਰ ਕੁਝ ਨਹੀਂ ਕਰਦਾ ਲੇਕਿਨ ਸਾਰੇ ਨੂੰ ਖਾਂਦਾ ਹੈ, ਉਹਦਾ ਪ੍ਰਤੀਕ ਹੈ। ਤੇ ਜਿਹੜਾ ਰਾਜ ਹੂੰ, ਹੈ ਉਹ ਗਿੱਦੜ ਵਰਗਾ ਹੁੰਦਾ ਹੈ, ਜਿਹੜਾ ਉਹਨੂੰ ਤੇ ਮਦਦ ਕਰਦਾ ਹੈ ਹੂੰ, ਕਿਉਂਕਿ ਉਹਦੇ ਵਿੱਚੋਂ ਉਹਨੂੰ ਕੁਝ ਲਾਲਾਂ ਮਿਕ ਜ ਮਿਲ ਜਾਣੀਆਂ ਨੇ। ਮਤਲਬ ਇੱਧਰ ਹੂੰ, ਉਹ ਜਿਹੜਾ ਕਿਰਤੀ ਹੈ ਉਹਦੇ ਮਤਲਬ ਉਹ ਤਿਲਕਣ ਪੈਦਾ ਕਰਦਾ ਹੈ। ਤੋ ਸਾਰੀ ਸਾਰੀ ਜੀ, ਕਹਾਣੀ ਜੀ, ਇਹਦੇ ਵਿੱਚ ਹੀ ਹੈ। ਤੋ ਇਸ ਕਰਕੇ ਸਾਨੂੰ ਬਿਲकुल। ਮਤਲਬ ਉਹ ਜਿਹੜੀਆਂ ਪੈਦਾਵਾਰੀ ਸ਼ਕਤੀਆਂ ਨੇ ਉਹਨਾਂ ਨੂੰ ਵੀ हुँ, ਇਹ ਸੋਚਣਾ ਪੈਣਾ ਹੈ ਕਿ ਅਸੀਂ ਮੰਡੀ ਬਣਾਉਂਦੇ ਰਹਿ ਗਏ, ਲੇਕਿਨ ਇੱਕ ਦਿਨ 'ਚ ਮੰਡੀ ਖਤਮ ਕਰਤੀ हुँ, ਉਹਨਾਂ ਨੇ। ਮਤਲਬ ਮੰਡੀ ਉਦੋਂ बिल्कुल। ਮੰਡੀ 'ਚ ਪਬਲਿਕ ਦੀ ਥਾਂ ਤੇ, ਸਰਕਾਰ ਦੇ ਥਾਂ ਤੇ ਪ੍ਰਾਈਵੇਟ ਉਦੋਂ ਲਿਆਂਦੇ ਜਦੋਂ हुँ, ਅਮਰੀਕਾ ਨੇ ਕਿਹਾ ਕਿ ਤੁਸੀਂ ਬਾਹਰੋਂ हुँ, ਖਾਣਾ, ਕਿਉਂਕਿ ਤੁਸੀਂ WTO ਸਾਈਨ ਕੀਤਾ ਸੀ ਕਿ ਤੁਸੀਂ 5% हुँ, ਜਿੰਨਾ ਖਾਂਦੇ ਹੋ ਉਹਨਾਂ ਤੁਸੀਂ ਇੰਪੋਰਟ ਕਰੋਗੇ। ਔਰ ਮੈਂ ਇੱਕ ਕਹਾਣੀ ਕਹਿੰਦਾ ਹੁੰਦਾ, हुँ, ਮੈਂ ਕਿਹਾ ਉਹਦਾ ਬੜਾ ਇੰਟਰਸਟਿੰਗ, ਮੈਂ ਉਦੋਂ ਸਟੱਡੀ ਕੀਤੀ ਕਿ ਮਤਲਬ जी, ਮੈਨੂੰ ਖੰਨਿਆ, ਕਿਉਂਕਿ ਸਾਡੀ ਮੰਡੀ ਜਿਹੜੀ ਉਹ ਕਣਕ ਦੀ ਸਭ ਤੋਂ ਵੱਡੀ ਮੰਡੀ ਹੈ ਤੇ ਉੱਥੇ हुँ, ਅਮਰੀਕਾ ਦਾ ਮਤਲਬ ਜਿਹੜਾ ਐਂਬੈਸਡਰ ਹੈ ਉਹ ਆਣ ਕੇ ਦੇਖ ਕੇ ਗਿਆ ਕਿ ਵਾਕਿਆ ਹੀ ਇੰਨੀ ਹੈਂਡਲਿੰਗ ਹੁੰਦੀ ਹੈ। ਤੋ ਇਹਦਾ ਮਤਲਬ ਕਿ ਜਿਹੜੀ ਪ੍ਰਾਈਵੇਟ जी, ਐਂਟਰੀ ਕੀਤੀ ਜਾ ਰਹੀ ਸੀ, हुँ, हुँ, ਆਸਟ੍ਰੇਲੀਆ ਤੋਂ ਅਸੀਂ 1150 ਚ ਕਣਕ ਖਰੀਦ ਰਹੇ ਸੀ, ਮਤਲਬ ਦੱਖਣ ਉਹਨੂੰ हुँ, ਉਤਾਰੀ ਜਾ ਰਹੀ ਸੀ। ਇੱਧਰ ਉਹਨਾਂ ਦਾ हुँ, ਹੀ ਏਜੰਟ ਰਿਲਾਇੰਸ ਵਾਲੇ ਜਿਹੜੇ ਨੇ ਉਹ 750 हुँ, ਵਿੱਚ ਕਣਕ ਜਿਹੜੀ ਹੈ ਉਹ ਖੰਨਾ ਤੋਂ ਖਰੀਦ ਰਹੇ ਸੀ। ਮੈਂ ਕਿਹਾ ਇਹ ਭਗਤ ਸਿੰਘ ਨੇ ਕਿਹਾ ਸੀ हुँ, ਨਾ ਸਾਮਰਾਜਵਾਦ ਕੀ ਹੁੰਦਾ, ਮੈਂ ਕਿਹਾ ਇੱਥੇ ਸਮਝ ਲੱਗ ਜਾਂਦੀ ਕਿ ਤੁਹਾਡਾ ਆ ਜੁੱਤੀਆਂ जी, ਤੁਹਾਡੇ ਸਿਰ ਤੇ ਫਿਰ ਵੀ 400 हुँ, ਰੁਪਇਆ ਉਹ ਕਮਾ ਗਏ। ਤੋ ਇਸ ਕਰਕੇ ਜਿਹੜਾ बिल्कुल ਇਹ कमा गए। ਨਿਰਮਾਣ वाला ਪਾਰਟ ਹੈ ਕਿ ਸਾਨੂੰ ਆਪਣੇ हुँ, ਉਹ ਜਦੋਂ मैं ਕਿਹਾ ਬੜਾ ਸੱਚੀ ਗੱਲ ਕਹੀ ਉਹਨੇ ਕਿ ਭਾਈ ਸਾਡੇ ਤੋਂ ਹੁਣ ਨਿਰਭਰਤਾ ਛੱਡ ਦਿਓ, ਆਪਣੇ ਆਪ ਤੇ ਨਿਰਭਰ ਹੋ ਜਾਓ। हुँ, ਤੋ ਮੋਦੀ ਨੇ ਬੜਾ ਠੀਕ ਕਹਿਤਾ, ਆਪਾਂ आत्मनिर्भर ਹੁਣ बन ਨਿਰਭਰ जाओ। ਹੋ ਜਾਈਏ। ਔਰ ਆਪਣੇ हुँ, ਗੁਰੂਆਂ ਨੇ ਵੀ ਇਹੀ ਕਿਹਾ ਹੈ। ਮਤਲਬ ਜਿਹੜੀ ਗੱਲ ਮੈਨੂੰ ਬਹੁਤ ਚੁੰਬਦੀ ਹੈ ਕਿ ਭਗਤ ਸਿੰਘ ਨੇ हुँ, ਮਤਲਬ ਜਦੋਂ ਨਨਕਾਣਾ ਸਾਹਿਬ ਦਾ ਸਾਕਾ ਹੋਇਆ, ਉਹਦੇ ਤੋਂ ਬਾਅਦ ਉਹਨੇ ਕੁਝ जी, ਹੋਰ ਪੜਿਆ ਉਹਦੇ 'ਚ। ਉਹ ਕਹਿੰਦੇ ਵੀ ਇਹ ਗੱਲ ਤੇ ਇਹ ਸੀਗੀ हुँ, ਕਿ ਵੀ ਇਹ ਜਿਹੜਾ ਜਥਾ ਆਇਆ ਸੀ, ਇਹ ਗੁਰਵਾਕ ਲੈਣਾ ਚਾਹੁੰਦਾ ਸੀ। हुँ, ਉਹ ਮਹੰਤ जी, ਨੇ ਗੁਰਵਾਕ ਨਹੀਂ ਦਿੱਤਾ, ਉਹ ਉਹਨਾਂ ਨੂੰ ਮੌਤ हुँ, ਦਿੱਤੀ, 139 ਸਿੱਖ ਮਾਰਤੇ। ਤੇ ਕਹਿੰਦੇ ਵੀ ਇਹਦਾ ਮਤਲਬ ਹੈ हुँ, ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਗੁਰਮੰਤਰ ਹੈ ਜਿਹੜਾ ਉਹ ਲੋਕਾਂ ਤੱਕ ਨਹੀਂ हुँ, ਪਹੁੰਚਣ ਦੇਣਾ ਚਾਹੁੰਦੇ। ਭਗਤ ਸਿੰਘ ਨੇ नहीं ਖੁਦ पहुँचने देना चाहते। ਪੰਜਾਬੀ ਪੰਜਾਬੀ ਪੜ੍ਹੀ ਤੇ ਉਹਨੂੰ हुँ, ਮਤਲਬ ਪੜ੍ਹਿਆ ਤੇ ਮੇਰੇ ਮਦਰ ਵੀ ਉਹਨਾਂ ਨੂੰ ਪੁੱਛਦੇ, ਅਮਰੋ ਕੀ ਪੜ੍ਹ ਰਹੀ ਹੈ ਕੁਛ ਦਿਨਾਂ ਮਹੀਨਿਆਂ ਬਾਅਦ? हुँ, ਉਹ ਕਹਿੰਦੇ ਮੈਂ ਤਾਂ ਅਜੇ 5 ਗ੍ਰੰਥ ਹੀ हुँ, ਪੜ੍ਹ ਰਹੀ ਹਾਂ। ਉਹ ਕਹਿੰਦੇ ਮੈਂ ਗ੍ਰੰਥ ਸਾਹਿਬ ਪੜ੍ਹ हुँ, ਆਇਆ ਕਿ ਉਹਦੇ ਵਿੱਚ ਗੁਰੂ हुँ, ਤੇਗ ਬਹਾਦਰ ਸਾਹਿਬ ਦੇ ਜਿਹੜੇ ਸ਼ਲੋਕ ਨੇ, ਉਹਦੇ ਵਿੱਚ ਆਖਰੀ हुँ, ਦੋਹਰਾ ਜਿਹੜਾ ਹੈ ਉਹ ਗੁਰਮੰਤਰ ਹੈ। हुँ, ਔਰ ਉਹ हुँ, ਗੁਰਮੰਤਰ ਇਹ ਹੈ ਕਿ ਬਲ ਛੁਟਕਿਓ ਬੰਧਨ ਪੜੇ, ਕਿਛੂ ਨਾ ਹੋਤ ਉਪਾਏ। हुँ, ਕਿ ਜੇ ਤੁਸੀਂ ਨਿਰਬਲ ਹੋ जी, ਫਿਰ ਬੰਧਨ ਵਿੱਚ ਹੋ, ਫਿਰ ਕੋਈ ਉਪਾਅ ਨਹੀਂ ਹੋ ਸਕਦਾ। ਔਰ ਅੱਗੇ ਉਹਨਾਂ ਨੇ ਕਿਹਾ ਕਿ हुँ, ਨਾਨਕ ਕਹੇ ਹਰੀ ਕੇ ਹਾਥ ਮੇਂ ਜੈਸੇ ਗਜ ਕੋ ਹੋਏ ਸਹਾਏ। ਇੱਕ ਪੁਰਾਣਕ ਕਹਾਣੀ ਸੁਣਾਤੀ ਵੀ जी, ਫਿਰ ਤੇ ਰੱਬ ਹੀ ਵਾਸਾ ਤੁਹਾਡਾ। जी, ਉਹਦਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ हुँ, ਲਿਖਿਆ ਕਿ बल हुआ हुँ, बंधन छूटे सब कुछ हो मन छूटे। तपाए, नानक हुँ, तुमरे हाथ में तुम ही होए सहाय। कि तू ही अपने जी, तेरे ही हੱਥ ਵਿੱਚ ਹੈ, ਤੂੰ ਹੀ ਸਹਾਰਾ ਬਣਨਾ ਹੈ, हुँ, ਲੇਕਿਨ ਜੇ ਤੂੰ ਬਲਵਾਨ ਹੈ हुँ, ਤਾਂ। ਤੇ ਭਗਤ ਸਿੰਘ ਕਹਿੰਦੇ ਇਹਦਾ ਮਤਲਬ ਕਿ बिल्कुल। ਜਿਹੜੀ ਅਸਲ ਗੱਲ ਸਿੱਖਣ ਵਾਲੀ ਹੈ ਕਿ ਸਾਨੂੰ ਬਲਵਾਨ ਬਣਨ ਦੀ हुँ, ਲੋੜ ਹੈ। ਬਲਵਾਨ ਬਣਨ ਵਾਸਤੇ जी, ਸਿਰਫ ਬਾਹੂਬਲ ਨਹੀਂ ਚਾਹੀਦਾ, ਉਹਦੇ ਨਾਲ ਵਿਚਾਰਾਂ ਦਾ ਬਲ हुँ, ਚਾਹੀਦਾ ਹੈ, ਸਮਝਦਾਰੀ ਦਾ ਬਲ ਚਾਹੀਦਾ ਹੈ, हुँ, ਫਿਰ ਇਰਾਦੇ ਦਾ ਬਲ ਚਾਹੀਦਾ ਹੈ, जी, ਫਿਰ ਸੰਗਠਨ ਦਾ ਬਲ ਚਾਹੀਦਾ ਹੈ। जी, ਤੋ ਕਹਿੰਦੇ ਮੈਂ ਪੜ੍ਹ ਆਇਆ जी, ਔਰ ਉਹਨਾਂ ਨੇ ਉਹੀ ਕਰਕੇ ਦੇਖਿਆ।
ਜ਼ਿੰਦਗੀ ਭਰ ਉਹਨਾਂ ਨੇ ਹਮ, ਉਹਨੂੰ ਹੀ ਉਸ ਗੁਰ ਨੂੰ ਉਹਨਾਂ ਨੇ ਅਪਣਾਇਆ ਔਰ ਉਹੀ ਸਾਨੂੰ ਦੱਸਿਆ ਉਹਨਾਂ ਨੇ। ਹਮ, ਜੀ ਜੀ। ਤੋ ਪ੍ਰੋਫੈਸਰ ਸਾਹਿਬ ਠੀਕ ਹੈ, ਤੇ ਇਹ ਤੁਸੀਂ ਬਹੁਤ ਖੂਬਸੂਰਤ ਢੰਗ ਨਾਲ ਸਾਨੂੰ ਦੱਸਿਆ ਕਿ ਸਾਨੂੰ ਕਿਸ ਤਰ੍ਹਾਂ ਇੱਕ ਬਰਾਬਰ ਦਾ ਪ੍ਰਬੰਧ ਉਸਾਰਨਾ ਪਏਗਾ, ਨਿਰਮਾਣ ਕਰਨਾ ਪਏਗਾ ਸਾਨੂੰ, ਤੇ ਨਾਲ ਨਾਲ ਸਾਨੂੰ ਦਿਮਾਗੀ ਤੌਰ ਤੇ ਸੁਚੇਤ ਵਧੇਰੇ ਹੋਣਾ ਪਏਗਾ। ਸਾਨੂੰ ਵਿਚਾਰਾਂ ਦੀ ਜੰਗ ਠੋਕ ਵਜਾ ਕੇ ਲੜਨੀ ਚਾਹੀਦੀ ਹੈ। ਜਿੱਥੇ ਸਰੀਰਕ ਤੌਰ ਤੇ ਅਸੀਂ ਤੰਦਰੁਸਤ ਰਹਿਣਾ, ਤੇ ਸਾਨੂੰ ਵਿਚਾਰਕ ਤੌਰ ਤੇ ਵੀ ਬਹੁਤ ਤਕੜੇ ਰਹਿਣਾ, ਤਾਂ ਕਿ ਅਸੀਂ ਸਾਮਰਾਜ ਦੇ ਬੰਧਨ ਤੋੜ ਸਕੀਏ। ਪ੍ਰੋਫੈਸਰ ਸਾਹਿਬ, ਤੁਸੀਂ ਸਾਨੂੰ ਬਹੁਤ ਆਪਣਾ ਕੀਮਤੀ ਸਮਾਂ ਦਿੱਤਾ। ਅਸੀਂ ਅੱਗੇ ਤੋਂ ਵੀ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ। ਅੱਜ ਲਈ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਾ, ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਥੈਂਕ ਯੂ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ, ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਵੀਡੀਓਜ਼ ਅੱਗੇ ਸ਼ੇਅਰ ਕਰੋ, ਤਾਂ ਅਸੀਂ ਹਰ ਤਰ੍ਹਾਂ ਦੀ ਨਿਊਜ਼ ਲੈ ਕੇ ਤੁਹਾਡੇ ਤੱਕ ਪੁੱਜਦੇ ਰਵਾਂਗੇ। ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਊੜਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।